स्वागत देश विदेश ਵਿੱਚ ਬੈਠੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਉਹਨਾਂ ਦੇ ਆਪਣੇ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ। ਮੈਂ ਮੇਘਾ और दोस्तों मैं शिवाजी आर्यन। मेघा जी कहते हैं कि खुश रहना जिंदगी ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਪਰ ਕਈ ਵਾਰੀ ਇਨਸਾਨ ਕਹਿੰਦਾ ਕਿ ਖੁਸ਼ ਕਿਸ ਤਰ੍ਹਾਂ ਰਹੀਏ। ਔਰ ਅਸੀਂ ਸਿਰਫ ਆਪਣੀ ਖੁਸ਼ੀ ਦੀ ਗੱਲ ਨਹੀਂ ਕਰਦੇ, ਸਾਡੇ ਨਾਲ ਖੁਸ਼ੀ ਜੁੜੀ ਹੁੰਦੀ ਸਾਰੇ ਲੋਕਾਂ ਦੀ, तमाम ਸਾਡੀ ਦੇਸ਼ ਦੁਨੀਆ ਦੀ। ਔਰ ਦੁਨੀਆ ਦੀ ਗੱਲ ਕਰਦੇ ਹਾਂ ਨਾ तो सारी दुनिया ਦੇ ਵਿੱਚ ਜਿਸ ਤਰ੍ਹਾਂ ਸਰਵੇਖਣ ਹੁੰਦੇ ਰਹਿੰਦੇ, ਇੱਕ ਸਰਵੇਖਣ ਦੇ ਮੁਤਾਬਿਕ ਨਾਰਵੇ ਜਿਹੜਾ ਹੈ ਉਹ ਖੁਸ਼ਹਾਲ ਦੇਸ਼ਾਂ 'ਚ ਪਹਿਲੇ ਨੰਬਰ 'ਤੇ ਹੈ। ਤਾਂ ਸਾਡਾ ਇੰਡੀਆ, ਸਾਡਾ ਭਾਰਤ ਵੀ ਪਿੱਛੇ ਨਹੀਂ ਹੈ। ਦੁਨੀਆ ਦੇ ਜਿੰਨੇ ਵੀ ਦੇਸ਼ ਨੇ ਉਹਦੇ ਵਿੱਚ 122ਵੇਂ ਨੰਬਰ 'ਤੇ ਭਾਰਤ ਹੈ। ਔਰ ਇੱਕ ਖਾਸ ਗੱਲ ਹੈ ਭਾਰਤ ਦੇ ਲੋਕਾਂ ਦੇ ਵਿੱਚ, ਉਸ ਸਰਵੇਖਣ ਦੇ ਅਨੁਸਾਰ ਕਿ ਭਾਰਤ ਦੇ ਵਿੱਚ ਚਾਹੇ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਲੇਕਿਨ ਜਿਹੜਾ ਹਿੰਮਤ ਹੈ, ਹੌਸਲਾ ਹੈ, ਉਹਦੇ ਵਿੱਚ ਭਾਰਤ ਦੇ ਲੋਕਾਂ ਦਾ ਜਿਹੜਾ ਸਥਾਨ ਹੈ ਉਹ ਇੱਕ ਇਨਕ੍ਰੈਡੀਬਲ ਹੈ, ਅਦਵਿਤੀय ਹੈ, ਜਿਹਦੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਸੋ ਖੁਸ਼ ਰਹਿਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਖੁਸ਼ ਰਹਿਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੇ ਖੁਸ਼ ਰਹਿਣਾ ਵੀ ਚਾਹੀਦਾ। ਜੇ ਅਸੀਂ ਖੁਸ਼ ਨਹੀਂ ਰਵਾਂਗੇ ਤੇ ਉਹਦਾ ਨੁਕਸਾਨ ਸਾਨੂੰ ਹੀ ਹੈ, ਤੇ ਜੇ ਅਸੀਂ ਖੁਸ਼ ਰਵਾਂਗੇ ਤੇ ਸਾਨੂੰ ਵੀ ਫਾਇਦਾ ਹੈ ਤੇ ਆਲੇ ਦੁਆਲੇ ਸਭ ਨੂੰ ਸਾਡੇ ਖੁਸ਼ ਰਹਿਣ ਦਾ ਫਾਇਦਾ ਹੈ। ਤੇ ਦਰਸ਼ਕ ਇਹ ਸੋਚ ਰਹੇ ਹੋਣਗੇ ਕਿ ਅੱਜ ਖਾਸ ਤੌਰ ਤੇ ਅਸੀਂ ਖੁਸ਼ ਰਹਿਣ ਦੀ, ਖੁਸ਼ੀ ਦੀ ਗੱਲ ਕਿਉਂ ਕਰ ਰਹੇ ਹਾਂ, ਤੇ ਫਿਰ ਦੱਸ ਦਈਏ ਕਿ ਅੱਜ ਵਰਲਡ हैप्पीनेस डे है, इसलिए ਅਸੀਂ ਖਾਸ ਤੌਰ ਤੇ ਖੁਸ਼ ਰਹਿਣ ਦੀ ਗੱਲ ਕਰ ਰਹੇ ਹਾਂ। ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਇਸੇ ਖਾਸ ਵਿਸ਼ੇ ਤੇ ਗੱਲਬਾਤ ਕਰਾਂਗੇ। ਬਿਲਕੁਲ ਜੀ। ਔਰ ਖੁਸ਼ ਰਹਿਣਾ ਸਿਰਫ ਇੱਕ ਹੀ ਚੀਜ਼ ਨਹੀਂ ਹੁੰਦੀ ਕਿ ਬਸ ਇਸ ਤਰ੍ਹਾਂ ਹੀ ਖੁਸ਼ ਰਹੋ। ਕਈ ਵਾਰੀ ਸਾਨੂੰ ਪਰਿਸਥਿਤੀਆਂ ਨਹੀਂ ਮਿਲਦੀਆਂ, ਬਹੁਤ ਸਾਰੀਆਂ ਦਿੱਕਤਾਂ ਹੁੰਦੀਆਂ। ਤਾਈਓ ਮੈਂ ਕਹਿ ਰਿਹਾ ਨਾ ਕਿ ਭਾਰਤ ਜਿਹੜਾ 122ਵੇਂ ਨੰਬਰ ਤੇ ਹੈ, ਉਹਦੇ ਵਿੱਚ ਉਹਦੇ ਦੇਸ਼ ਦੁਨੀਆ ਦੇ ਲੋਕਾਂ ਨੂੰ ਸਲਾਮ ਤਾਂ ਕੀਤਾ ਗਿਆ ਹੈ ਕਿ ਇੰਨੀਆਂ ਦਿੱਕਤਾਂ ਦੇ ਬਾਵਜੂਦ, ਇੰਨੀਆਂ ਜਿਹੜੀਆਂ ਪਰਿਸਥਿਤੀਆਂ ਕਈ ਵਾਰੀ ਉਹਨਾਂ ਲਈ ਢੁਕਵੀਆਂ ਨਹੀਂ ਸਾਬਤ ਹੁੰਦੀਆਂ, ਤਾਂ ਵੀ ਉਹ ਖੁਸ਼ ਰਹਿਣ ਦਾ ਮਾਦਾ ਰੱਖਦੇ। ਉਹ ਕਿਉਂ ਹੈ? ਕਿਉਂਕਿ ਉਹਨਾਂ ਦੇ ਅੰਦਰ ਇੱਕ ਜਜ਼ਬਾ ਹੈ, ਔਰ ਉਸ ਜਜ਼ਬੇ ਨੂੰ ਕਿਸ ਤਰ੍ਹਾਂ ਵਧਾਇਆ ਜਾਵੇ ਇਹ ਦੱਸਣ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਇੱਕ ਮਾਹਿਰ ਮੌਜੂਦ ਨੇ। ਦੂਰਦਰਸ਼ਨ ਦਾ ਹਮੇਸ਼ਾ ਤੋਂ ਇੱਕ ਉਪਰਾਲਾ ਹੁੰਦਾ ਹੈ ਕਿ ਕਿਸੇ ਅੱਛੇ ਇਨਸਾਨ ਨੂੰ ਤੁਹਾਡੇ ਨਾਲ ਰੂਬਰੂ ਕਰਾਈਏ ਜੋ ਕਿ ਸਾਨੂੰ ਮੋਟੀਵੇਟ ਕਰ ਸਕੇ। ਸੋ ਇੱਕ ਮੋਟੀਵੇਸ਼ਨਲ ਸਪੀਕਰ ਜੋ ਕਿ 20 ਵਰ੍ਹਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਆਪਣੀ ਸੇਵਾਵਾਂ ਨਿਭਾ ਰਹੇ ਨੇ, ਸਟੇਜ ਦੇ ਉੱਤੇ ਲੋਕਾਂ ਨੂੰ ਮੋਟੀਵੇਟ ਕਰਨੇ ਨੇ, ਮੈਡੀਟੇਸ਼ਨ ਔਰ ਯੋਗਾ ਟ੍ਰੇਨਰ ਨੇ, ਔਰ ਇੱਕ ਸਫਲ ਬਿਜ਼ਨਸਮੈਨ ਵੀ ਨੇ ਆਈਟੀ ਇੰਡਸਟਰੀ ਦੇ ਵਿੱਚ। ਸ਼੍ਰੀ ਸੁਮਿਤ ਮਹਾਜਨ ਜੀ ਅੱਜ ਸਾਡੇ ਨਾਲ ਮੌਜੂਦ ਨੇ। ਸਵਾਗਤ ਕਰਦੇ ਮਹਾਜਨ ਸਾਹਿਬ। ਨਮਸਕਾਰ। ਧੰਨਵਾਦ ਜੀ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਜਿਸ ਤਰ੍ਹਾਂ ਗੱਲ ਕੀਤੀ ਗਈ, ਅੱਜ ਵਰਲਡ ਹੈਪੀਨੈਸ ਡੇ ਹੈ। ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਇਸ ਖਾਸ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ, ਖੁਸ਼ੀ ਦੇ ਨਾਲ ਮੁਬਾਰਕਬਾਦ, ਕਿਉਂਕਿ ਖੁਸ਼ੀ ਦਾ ਦਿਨ ਹੈ ਵਰਲਡ ਹੈਪੀਨੈਸ ਡੇ। ਕਿਉਂ ਮਨਾਉਂਦੇ ਹੈ ਅੱਜ ਦਾ ਦਿਨ? ਕਿਉਂਕਿ ਵੈਸੇ ਤਾਂ ਖੁਸ਼ ਹਰ ਦਿਨ ਇਹ ਵਰਲਡ ਹੈਪੀਨੈਸ ਡੇ ਹੋਣਾ ਚਾਹੀਦਾ ਹੈ, ਕਿਉਂਕਿ ਸਾਨੂੰ ਖੁਸ਼ ਰਹਿਣਾ ਚਾਹੀਦਾ ਹੈ। ਫਿਰ ਅੱਜ ਦੇ ਦਿਨ ਕਿਉਂ, ਕੀ ਇਤਿਹਾਸ ਹੈ ਇਹਦਾ? 12 ਜੁਲਾਈ ਨੂੰ ਨਾ ਯੂਨਾਈਟਿਡ ਨੇਸ਼ਨ ਦੇ ਅੰਦਰ ਇੱਕ ਰੈਜ਼ੋਲੂਸ਼ਨ, ਇੱਕ ਮਤ ਪਾਸ ਕੀਤਾ ਗਿਆ ਸੀਗਾ ਕਿ ਉਹਨਾਂ ਨੇ ਦੇਖਿਆ ਕਿ ਹਿਊਮੈਨਿਟੀ ਦੇ ਅੰਦਰ ਇੱਕ ਕਾਮਨ ਇਮੋਸ਼ਨ ਇਜ਼ ਮਿਸਿੰਗ ਹੈ। ਅਸੀਂ ਖੁਸ਼ ਰਹਿਣਾ ਬਹੁਤ ਘੱਟ ਅੱਜ ਕੱਲ੍ਹ ਡੇ ਬਾਏ ਡੇ ਘਟੀ ਜਾ ਰਿਹਾ, ਬਹੁਤ ਸਾਰੇ ਫੈਕਟਰਸ ਕਰਕੇ। ਫਿਰ 12 ਜੁਲਾਈ 2012 ਦੇ ਅੰਦਰ ਇਹ ਰੈਜ਼ੋਲੂਸ਼ਨ ਪਾਸ ਕੀਤਾ ਗਿਆ, 2013 ਤੋਂ ਰੈਗੂਲਰ ਮਨਾਇਆ ਜਾਂਦਾ ਹੈ। ਆਈਡਲੀ ਤੁਸੀਂ ਵੈਸੇ ਸਹੀ ਕਿਹਾ ਕਿ ਇਹ ਤਾਂ ਮੋਮੈਂਟ ਟੂ ਮੋਮੈਂਟ ਹਰ ਪਲ ਖੁਸ਼ੀ ਦਾ ਹੋਣਾ ਚਾਹੀਦਾ ਹੈ, ਔਰ ਸਾਰੀ ਜ਼ਿੰਦਗੀ ਖੁਸ਼ੀ ਦੇ ਨਾਲ ਬਿਤਾਉਣੀ ਚਾਹੀਦੀ ਹੈ। ਹਾਂਜੀ ਜੀ। ਇੰਟਰਨੈਸ਼ਨਲ ਵਰਲਡ, ਜਿਸ ਤਰ੍ਹਾਂ ਆਪਾਂ ਕਹਿੰਦੇ ਪੂਰੀ ਦੁਨੀਆ ਦੇ ਵਿੱਚ ਵਰਲਡ ਦੇ ਤੌਰ ਇੰਟਰਨੈਸ਼ਨਲ ਹੈਪੀਨੈਸ ਡੇ ਮਨਾਇਆ ਜਾ ਰਿਹਾ। ਹਰ ਚੀਜ਼ ਦੇ ਪਿੱਛੇ ਇੱਕ ਥੀਮ ਰੱਖਦੇ ਨੇ, ਇੱਕ ਉਦੇਸ਼ ਰੱਖਦੇ ਨੇ। ਹਰ ਸਾਲ ਦਾ ਕਹਿੰਦੇ ਨੇ ਨਵਾਂ ਥੀਮ ਹੁੰਦਾ ਹੈ। ਇਸ ਸਾਲ ਦੇ ਥੀਮ ਬਾਰੇ ਸਾਨੂੰ ਦੱਸੋ। ਇਸ ਸਾਲ ਦਾ ਥੀਮ ਹੈ ਖੁਸ਼ ਰਹੋ, ਖੇੜੇ ਰਹੋ ਔਰ ਸਤਰਕ ਰਹੋ। ਅੱਛਾ ਜੀ। ਸਤਰਕ ਰਹੋ। ਸਤਰਕ ਕਿਹਦੇ ਤੋਂ ਰਹੀਏ? ਸਤਰਕ ਉਹਨਾਂ ਚੀਜ਼ਾਂ ਤੋਂ ਰਹੋ ਜਿਹੜੇ ਤੁਹਾਡੀ ਖੁਸ਼ੀ ਨੂੰ ਖਾਂਦੀਆਂ। ਜੀ ਜੀ ਜੀ। ਜਿਹੜੀ ਚੀਜ਼ਾਂ, ਜਿਹੜੇ ਐਲੀਮੈਂਟਸ ਹੈ, ਜਿਹੜੀ ਵੀ ਚੀਜ਼ ਹੈ, ਹਾਂਜੀ, ਉਹ ਜਿਹੜੀ ਚੀਜ਼ ਹੈ ਤੁਹਾਡੇ ਖੁਸ਼ ਰਹਿਣ ਦੇ ਰਸਤੇ ਦੇ ਵਿਚਕਾਰ ਰੁਕਾਵਟਾਂ ਆਉਂਦੀਆਂ, ਉਹਨਾਂ ਨੂੰ ਕਿੱਦਾਂ ਬਾਈਪਾਸ ਕਰਨਾ ਹੈ, ਉਹਨਾਂ ਨੂੰ ਨੇੜੇ ਨਹੀਂ ਲੱਗਣ ਦੇਣਾ, ਉਹ ਸਤਰਕ ਦਾ ਰਹਿਣ ਦਾ ਕਾਰਨ ਨਹੀਂ ਹੋਏਗਾ। ਮਹਾਜਨ ਸਾਹਿਬ, ਪਿਛਲੇ ਸਾਲ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਸਾਰੀ ਦੁਨੀਆ ਦਾ ਹੀ ਸਾਲ ਜਿਸ ਤਰ੍ਹਾਂ ਕਿਵੇਂ ਗਿਆ ਹੈ ਕਿ ਕਿਸੇ ਇੱਕ ਖਾਸ ਬੰਦੇ ਦਾ ਨਹੀਂ, ਕਿਸੇ ਖਾਸ ਰਾਜ ਦਾ ਨਹੀਂ, ਕਿਸੇ ਦੇਸ਼ ਦਾ ਨਹੀਂ, ਸਾਰੇ ਦੇਸ਼ ਹੀ ਇਸ ਤਰਾਸਦੀ ਦੇ ਵਿੱਚ ਉਦੋਂ ਤੋਂ ਸ਼ਾਮਿਲ ਸੀਗੇ। ਉਹਦੇ ਵਿੱਚ ਜਿਹੜੀ ਇਸ ਚੀਜ਼ ਨੂੰ ਲੈ ਕੇ ਕੀ ਸਤਰਕਤਾ ਵਰਤਣ ਦੀ ਗੱਲ ਕੀਤੀ ਗਈ ਹੈ? ਦੇਖੋ, ਪਿਛਲੇ ਸਾਲ ਦੇ ਅੰਦਰ ਲੋਕਾਂ ਨੂੰ ਰਿਅਲਾਈਜ਼ ਕੁਦਰਤ ਨੇ ਕਰਾ ਦਿੱਤਾ, ਸ਼ਾਂਤੀ ਭੰਗ ਹੋ ਚੁੱਕੀ ਸੀ, ਸ਼ਾਂਤੀ ਭੰਗ ਹੋ ਚੁੱਕੀ, ਕੁਦਰਤ ਨੇ ਰਿਅਲਾਈਜ਼ ਕਰਾ ਦਿੱਤਾ ਅਸੀਂ ਕੁਝ ਨਹੀਂ ਕਰ ਸਕਦੇ ਜੀ। ਹਾਲੇ ਵੀ ਕਾਫੀ ਚੀਜ਼ਾਂ ਸਾਡੇ ਕੰਟਰੋਲ 'ਚ ਨਹੀਂ ਹੈਗੀਆਂ ਤੇ ਛੋਟੀ ਜਿਹੀ ਜ਼ਿੰਦਗੀ ਹੱਸ ਖੇਡ ਕੇ ਲੋਕਾਂ ਦੇ ਕੰਮ ਆ ਕੇ ਬਿਤਾ ਦਿਓ। ਇਹ ਬੇਸਿਕਲੀ ਤਾਂ ਸੁਨੇਹਾ ਕੁਦਰਤ ਨੇ ਤਰਾਸਦੀ ਤੋਂ ਦਿੱਤਾ ਹੈ। ਜੀ ਬਿਲਕੁਲ। ਇਕੱਠੇ ਰਹੋ, ਦੁਨੀਆ ਦਾ ਇੱਕ ਦੂਜੇ ਦਾ ਖਿਆਲ ਰੱਖੋ, ਖੁਸ਼ ਰਹੋ, ਮਸਤ ਰਹੋ, ਜ਼ਿੰਦਗੀ ਬਹੁਤ ਛੋਟੀ, ਚਲੇ ਜਾਣਾ। ਇੱਕ ਤੁਸੀਂ ਇਹ ਦੱਸਿਆ ਸੀ ਨਾ ਥੀਮ 'ਚ ਕਿ ਜਿਵੇਂ ਸ਼ਾਂਤੀ ਵਾਲੀ ਗੱਲ ਹੋ ਗਈ, ਇੱਕ ਤੁਸੀਂ ਕਿਹਾ ਸਤਰਕ ਰਹੋ, ਇੱਕ ਇਹਦੇ 'ਚ ਕਹਿੰਦੇ ਸੀ ਬੁੱਧੀਮਾਨ ਰਹੋ। ਇਹ ਬੁੱਧੀਮਾਨੀ ਕਾਹਦੇ 'ਚ ਹੈ? ਕਿਉਂਕਿ ਖੁਸ਼ ਰਹਿਣ ਲਈ ਅੱਜ ਕੱਲ੍ਹ ਬੁੱਧੀਮਾਨ ਵਿਅਕਤੀ ਖੁਸ਼ ਰਹਿ ਸਕਦਾ ਹੈ। ਅੱਛਾ। ਖੁਸ਼ ਰਹਿਣ ਲਈ ਵੀ ਅੱਜ ਕੱਲ੍ਹ ਥੋੜੀ ਜਿਹੀ ਡਿਪਲੋਮੇਸੀ ਥੋੜੀ ਜਿਹੀ ਚਾਹੀਦੀ ਹੁੰਦੀ ਹੈ। ਅੱਛਾ। ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਬਹੁਤ ਅੱਛਾ ਇਨਸਾਨ ਹਾਂ, ਮੈਂ ਖੁਸ਼ ਨਹੀਂ ਰਹਿ ਸਕਦਾ, ਤੁਹਾਨੂੰ ਥੋੜੀ ਚਲਾਕੀ ਵੀ ਵਰਤਣੀ ਪੈਣੀ ਹੈ। ਅੱਛਾ ਜੀ। ਅੱਛਾ, ਫਿਰ ਗੱਲ ਇੱਥੇ ਆ ਜਾਂਦੀ ਹੈ ਨਾ ਕਿ ਵਰਲਡ ਹੈਪੀਨੈਸ ਡੇ ਅੱਜ ਅਸੀਂ ਮਨਾ ਰਹੇ ਹਾਂ ਤੇ ਬਹੁਤ ਸਾਰੇ ਲੋਕ ਇਹ ਸੋਚ ਰਹੇ ਹੋਣਗੇ, ਮਨ ਦੇ ਵਿੱਚ ਉਹਨਾਂ ਦੇ ਸਵਾਲ ਆ ਰਿਹਾ ਹੋਏਗਾ ਕਿ ਖੁਸ਼ ਰਹਿਣਾ ਅਸੀਂ ਚਾਹੁੰਦੇ ਹਾਂ, ਪਰ ਖੁਸ਼ ਕਿੱਦਾਂ ਰਹੀਏ? ਕਿੱਦਾਂ ਛੱਡ ਦੋ, ਖੁਸ਼ ਰਹੋ ਬਸ। ਅੱਛਾ। ਖੁਸ਼ੀ ਨੂੰ ਸੋਚਣ ਦਾ, ਜਾਣ ਦਾ ਤਾਂ ਕੋਈ ਪਰਪਸ ਨਹੀਂ। ਖੁਸ਼ੀ ਸ਼ਿਵਾ ਜੀ ਸਾਡੀ ਨੇਚਰ 'ਚ ਹੈ, ਇਹ ਅਸੀਂ ਕਿਤੋਂ ਬਾਹਰੋਂ ਨਹੀਂ ਲੈ ਕੇ ਆਣੀ। ਬਾਹਰੋਂ ਇੰਨਾ ਕੁਛ ਆ ਉਹ ਕੱਢਣਾ ਤਾਂ ਹੀ ਖੁਸ਼ੀ ਨਿਕਲਣੀ। ਬਾਹਰ ਦੇ ਲੋਕਾਂ ਦੀ ਗੱਲਾਂ ਇੰਨੀਆਂ ਪਾਈਆਂ, ਲੋਕਾਂ ਦੇ ਹਿਸਾਬ ਦੇ ਨਾਲ
ਬਹੁਤ ਆਪਣੀ ਅਸੀਂ ਸਟੇਟ ਆਫ ਮਾਈਂਡ ਨੂੰ ਡਿਸਟਰਬ ਕਾਦੇ ਵਾਸਤੇ ਕਰਦੇ ਹਾਂ? ਦੇਖੋ ਲੋਕਾਂ ਦੀ ਗੱਲਾਂ 'ਚ ਹੀ ਆ ਕੇ ਕਰਦੇ ਹਾਂ ਜਾਂ ਕਿਸੇ ਨੂੰ ਇੰਪ੍ਰੈਸ ਕਰਨ ਲਈ ਕਰਦੇ ਹਾਂ। ਆਪ ਦੀ ਨੇਚਰ ਤੋਂ ਅਸੀਂ ਬਹੁਤ ਦੂਰ ਜਾਈ ਜਾਂਦੇ ਹਾਂ, ਲੋਕਾਂ ਦੇ ਨਾਲ ਬਹੁਤ ਨਜ਼ਦੀਕ ਹੋਈ ਜਾਂਦੇ ਹਾਂ, ਨਾ ਉਹਨਾਂ ਦੇ ਨਜ਼ਦੀਕ ਹੋ ਪਾ ਰਹੇ ਨਾ ਆਪ ਦੀ ਨੇਚਰ 'ਚ ਕਲੋਜ਼ ਹੋਈ ਪਾ ਰਹੇ। ਉਹ ਕਨਫਿਊਜ਼ਨ ਵਾਲੀ ਸਟੇਟ ਆਫ ਮਾਈਂਡ 'ਚ ਅਸੀਂ ਸਾਰਾ ਦਿਨ ਰਹਿੰਦੇ ਹਾਂ। ਔਰ ਸਾਡੀ ਅੱਜ ਕੱਲ੍ਹ ਜਿਹੜਾ ਸਿਸਟਮ ਹੈ ਸੋਸਾਇਟੀ ਦਾ, ਉਹ ਨੋਰਮਸ ਅੰਦਰ ਅਸੀਂ ਭੁੱਲ ਵੀ ਗਏ ਕਿ ਅਸੀਂ ਖੁਸ਼ ਵੀ ਕਿੱਦਾਂ ਰਹਿਣਾ ਚਾਹੀਦਾ। ਬਿਜ਼ੀ ਇੰਨੇ ਹੋ ਗਏ। ਇੱਕ ਛੋਟਾ ਬੱਚਾ ਦਿਨ ਦੇ ਅੰਦਰ 400 ਵਾਰੀ ਹੱਸਦਾ। ਯੂਕੇ ਦੀ ਇੱਕ ਰਿਸਰਚ ਹੈ, ਉਹ ਬੱਚਾ ਜਦੋਂ ਥੋੜਾ ਵੱਡਾ ਹੁੰਦਾ 16-17 ਸਾਲ ਦਾ, ਉਹ 17 ਤੋਂ 18 ਵਾਰੀ ਹੱਸਦਾ ਇਦਾਂ। ਉਹ 22-23-24 ਦਾ ਪਹੁੰਚ ਜਾਂਦਾ, ਹੱਸਣਾ ਹੀ ਭੁੱਲ ਜਾਂਦਾ। ਅੱਛਾ। ਤੇ ਦੇਖੋ ਤੁਸੀਂ ਖੁਦ ਹੀ ਦੇਖੋ, ਅਸੀਂ ਉਦੋਂ ਹੀ ਹੱਸਦੇ ਜਦੋਂ ਕੋਈ ਚੈੱਕ ਆਉਂਦਾ ਜਾਂ ਪੇਮੈਂਟ ਆਉਂਦੀ ਹੈ ਜਾਂ ਸਾਡੇ ਮਨਪਸੰਦ ਦੀ ਕੋਈ ਸਾਨੂੰ ਕੋਈ ਖੁਸ਼ੀ ਮਿਲਦੀ ਹੈ। ਉਹ ਬੜੀ ਸ਼ਾਰਟ ਲਿਵਡ ਹੁੰਦੀ ਹੈ, ਕਿਉਂਕਿ ਸਾਨੂੰ ਕਿਸੇ ਨੇ ਸਕੂਲ ਕਾਲਜ ਦੇ ਅੰਦਰ ਸਿਖਾਇਆ ਨਹੀਂ ਕਿ ਖੁਸ਼ ਕਿੱਦਾਂ ਰਹੋ। ਸਭ ਤੋਂ ਇੰਪੋਰਟੈਂਟ ਡੋਮੀਨੇਟਿੰਗ ਇਮੋਸ਼ਨ ਸਾਡਾ ਖੁਸ਼ ਰਹਿਣਾ। ਅਸੀਂ ਜਿੰਨਾ ਕੁਝ ਵੀ ਦੁਨੀਆ 'ਚ ਕਰ ਰਹੇ ਖੁਸ਼ ਰਹਿਣ ਲਈ ਕਰਦੇ ਹਾਂ, ਲੇਕਿਨ ਕਿਸੇ ਨੇ ਇਹਦੀ ਸਾਨੂੰ ਟ੍ਰੇਨਿੰਗ ਨਹੀਂ ਦਿੱਤੀ ਖੁਸ਼ ਕਿੱਦਾਂ ਰਹੋ। ਤਾਂ ਹੀ ਤੁਸੀਂ ਦੇਖੋ ਸਕੂਲ ਦੇ ਅੰਦਰ ਟੀਨੇਜਰਸ ਦੇ ਅੰਦਰ ਕਿੰਨਾ ਸਟ੍ਰੈਸ ਵੱਧ ਗਿਆ, ਡਿਪਰੈਸ਼ਨ ਹੈ, ਸੁਸਾਈਡਸ ਹੈ। ਔਰ ਮੈਨੂੰ ਤਾਂ ਲੱਗਦਾ ਸਕੂਲ ਕਾਲਜਾਂ ਤੋਂ ਜਿਵੇਂ ਮੈਥ ਸਾਇੰਸ ਹੈ, ਹੈਪੀਨੈਸ ਵੀ ਆ ਜਾਣਾ ਚਾਹੀਦਾ ਸਬਜੈਕਟ। ਜੀ ਜੀ, ਬੜੀ ਸਹੀ ਗੱਲ ਕਹੀ ਨੇ। ਜੇ ਤੀਜੀ ਕਲਾਸ ਚੌਥੀ ਕਲਾਸ ਦੇ ਅੰਦਰ ਹੈਪੀਨੈਸ ਦਾ ਸਬਜੈਕਟ ਲੱਗ ਜਾਏ ਔਰ ਇੰਪੋਰਟੈਂਸ ਆਫ ਹੈਪੀਨੈਸ, ਖੁਸ਼ ਰਹਿਣਾ, ਜਿਹੜਾ ਬੰਦਾ ਖੁਸ਼ ਰਹੇਗਾ ਖੁਸ਼ੀ ਵੰਡੇਗਾ। ਹੁਣ ਮੰਨ ਲਓ ਮੈਂ ਤੁਹਾਡੇ ਜੇ ਕੋ 5000 ਰੁਪਏ ਮੰਗਾ, ਜੇ ਤੁਹਾਡੇ ਕੋਲ 5000 ਨਹੀਂ ਹੋਗਾ ਤੁਸੀਂ ਦੋਗੇ ਨਹੀਂ। ਜੇ ਤੁਹਾਡੇ ਕੋਲ ਖੁਸ਼ੀ ਹੈ ਹੀ ਨਹੀਂ, ਤੁਸੀਂ ਦੋਗੇ ਕਿੱਥੋਂ? ਫਿਰ ਤੁਸੀਂ ਉਹੀ ਸ਼ਬਦ ਇਸਤੇਮਾਲ ਕਰੋਗੇ ਜਿਹੜੇ ਦੁਨੀਆ ਨੂੰ ਦੁਖੀ ਕਰਦੇ ਨੇ। ਜੀ ਜੀ ਜੀ। ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਟ੍ਰੇਨਿੰਗ ਮਿਸਿੰਗ ਹੈਗੀ ਲੋਕਾਂ ਨੂੰ, ਹਾਊ ਟੂ ਬੀ ਹੈਪੀ, ਅਸੀਂ ਖੁਸ਼ ਕਿੱਦਾਂ ਰਹੀਏ। ਔਰ ਵਰਲਡ ਹੈਪੀਨੈਸ ਡੇ ਅੱਜ ਦਾ ਦਿਨ ਜਿਹੜਾ ਹੈਗਾ ਇਦਾਂ ਦਾ, ਸਾਨੂੰ ਰਿਅਲਾਈਜ਼ ਕਰਨਾ ਚਾਹੀਦਾ, ਸਾਨੂੰ ਰਿਮਾਈਂਡਰ ਹੈ ਹਿਊਮੈਨਿਟੀ ਨੂੰ ਕਿ ਤੁਸੀਂ ਇਸ ਹੈਪੀਨੈਸ ਦੇ ਐਪੀਸੋਡ ਨੂੰ ਭੁੱਲੋ ਨਾ। ਬਿਲਕੁਲ ਸਹੀ ਗੱਲ ਹੈ ਜੀ। ਅੱਛਾ, ਖੁਸ਼ ਕਿਸ ਤਰ੍ਹਾਂ ਰਹੀਏ? ਤੁਸੀਂ ਵਾਕਈ ਕਹਿ ਰਹੇ ਕਿ ਟ੍ਰੇਨਿੰਗ ਦੀ ਜ਼ਰੂਰਤ ਹੈ। ਟ੍ਰੇਨਿੰਗ ਨੂੰ ਜ਼ਿੰਦਗੀ ਦੇ ਵਿੱਚ ਅਸੀਂ ਵੈਸੇ ਤਾਂ ਬਹੁਤ ਸਾਰੇ ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸੈਗਮੈਂਟਸ 'ਚ ਵੰਡ ਸਕਦੇ ਹਾਂ, ਫਿਰ ਵੀ ਛੋਟੀ ਛੋਟੀ ਚੀਜ਼ਾਂ 'ਚ ਦੇਖੀਏ ਕਿ ਆਪਾਂ ਦੇਖਦੇ ਹਾਂ ਕਿ ਇੱਕ ਤਾਂ ਸਿਹਤ ਨੂੰ ਲੈ ਕੇ ਚੱਲਦੇ ਪਹਿਲਾਂ, ਮਤਲਬ ਫਿਜ਼ੀਕਲ ਸਰੀਰਕ ਤੌਰ ਤੇ ਕੁਝ ਐਸੀਆਂ ਗੱਲਾਂ ਹੈਗੀਆਂ ਕਿ ਜਿਹਦੇ ਨਾਲ ਸਾਡੇ ਸਰੀਰ ਦੀਆਂ ਕੁਝ ਗੱਲਾਂ ਕਰਕੇ ਸਾਡੇ ਖੁਸ਼ੀ ਦੇ ਉੱਤੇ ਅਸਰ ਪੈਂਦਾ ਹੋਏ। ਕਈ ਵਾਰੀ ਅਸੀਂ ਕਹਿੰਦੇ ਕਿ ਬੰਦਾ ਚਿੜਚਿੜਾ ਜਿਹਾ ਹੋਇਆ ਰਹਿੰਦਾ ਜਾਂ ਤਾਂ ਨਹੀਂ ਹੱਸਦਾ। ਸ਼ਿਵਾ ਜੀ 97% ਜਿਹੜੀ ਡਿਜ਼ੀਜ਼ ਅੱਜਕੱਲ ਸਾਇੰਸ ਕਹਿੰਦੀ ਸਾਈਕੋਸੋਮੈਟਿਕ ਹੈ, ਮਾਈਂਡ ਦੇ ਨਾਲ ਰਿਲੇਟਡ ਹੈ। ਮਾਈਂਡ ਨਾਲ ਪਹਿਲਾਂ ਮਾਈਂਡ ਜਾਂਦੀ ਹੈ, ਫਿਰ ਬਾਡੀ 'ਚ ਮੈਨੀਫੈਸਟ ਕਰਦੀ ਹੈ। ਅੱਛਾ ਜੀ। ਜੇ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਆਪਣੇ ਮਨ ਦੀ ਪਹਿਲਾਂ ਮਾਨਸਿਕ ਲੈਣਾ, ਮਾਨਸਿਕ, ਹਾਂ ਅੱਛਾ ਜੀ, ਮਾਨਸਿਕ ਨੂੰ ਇੰਪੋਰਟੈਂਸ ਦੇ ਕੇ ਆਪਣਾ ਹੈਂਡਲ ਕਰ ਸਕਦੇ ਹਾਂ। ਮਨ ਨੂੰ ਕਿੱਦਾਂ ਹੈਂਡਲ ਕਰਨਾ ਹੈ, ਮੈਨੂੰ ਕਿਸੇ ਨੇ ਕੁਝ ਗੁੱਸੇ ਨਾਲ ਕਹਿਤਾ ਕਿੱਦਾਂ ਹੈਂਡਲ ਕਰ ਦੇਣਾ ਹੈ, ਮੈਂ ਲੋਕਾਂ ਦੇ ਨਾਲ ਕਿੱਦਾਂ ਕਮਿਊਨੀਕੇਸ਼ਨ ਕਰਨਾ ਹੈ, ਕਿੱਦਾਂ ਮੈਂ ਲੋਕਾਂ ਤੋਂ ਐਕਸਪੈਕਟੇਸ਼ਨਸ ਘੱਟ ਰੱਖਣੀ ਹੈ। ਇੱਦਾਂ ਦੀ ਕੁਝ ਚੀਜ਼ਾਂ ਹੁੰਦੀਆਂ ਜਿਹੜੀ ਬੇਸਿਕ ਅੰਡਰਸਟੈਂਡਿੰਗ ਹੈ। ਥੋੜੀ ਯੋਗਾ ਕਰਨੀ ਹੈ, ਥੋੜਾ ਮੈਡੀਟੇਸ਼ਨ ਕਰਨਾ ਹੈ। ਜਿੰਨਾ ਮਨ ਸਾਡਾ ਪ੍ਰੈਜ਼ੈਂਟ ਮੋਮੈਂਟ, ਪ੍ਰੈਜ਼ੈਂਟ ਮਨ ਇਸੀ क्षण 'ਚ ਰਹੇਗਾ, ਉਹਨਾਂ ਖੁਸ਼ ਰਹੇਗਾ। ਜ਼ਿਆਦਾਤਰ ਮਨ ਕੀ ਕਰਦਾ, ਪੁਰਾਣੀ ਗੱਲਾਂ ਨੂੰ ਲੈ ਕੇ ਚਬਚਬਾਉਂਦਾ ਰਹਿੰਦਾ ਬਬਲਗਮ ਦੀ ਤਰ੍ਹਾਂ, ਔਰ ਉਹਦੇ ਨਾਲ ਕੁਝ ਨਹੀਂ ਹੁੰਦਾ। ਉਸ ਤੋਂ ਇਲਾਵਾ ਉਹਨੂੰ ਛੱਡਦਾ ਤਾਂ ਆਉਣ ਵਾਲੀ ਜਿਹੜੀ ਚੀਜ਼ਾਂ ਹੁੰਦੀਆਂ ਉਹਨਾਂ 'ਚ ਪਹੁੰਚ ਜਾਂਦਾ ਨਾ। ਪਾਸਟ ਹਾਂ ਪ੍ਰੈਜ਼ੈਂਟ 'ਚ ਨਹੀਂ ਰਹਿਣਾ ਸਿੱਖਿਆ, ਔਰ ਪ੍ਰੈਜ਼ੈਂਟ ਦੇ ਅੰਦਰ ਹੀ ਖੁਸ਼ੀ ਮਿਲਣੀ। ਹੈਪੀਨੈਸ ਬੇਸਿਕਲੀ ਇਜ਼ ਅ ਸਬਜੈਕਟ ਆਫ ਬੀਇੰਗ ਇਨ ਦ ਪ੍ਰੈਜ਼ੈਂਟ ਮੋਮੈਂਟ। ਜੀ, ਮਤਲਬ ਭੂਤਕਾਲ ਤੇ ਭਵਿਸ਼ਕਾਲ 'ਚ ਅਸੀਂ ਭਟਕਦੇ ਰਹਿੰਦੇ ਹਾਂ, ਔਰ ਸਾਨੂੰ ਐਕਚੁਅਲੀ ਪਤਾ ਨਹੀਂ ਕਿ ਭੂਤਕਾਲ ਤੋਂ ਨਿਕਲੀਏ ਕਿੱਦਾਂ, ਭੂਤਕਾਲ ਚੋਂ ਨਿਕਲੀਏ ਕਿ, ਔਰ ਉਹ ਯੋਗਾ ਔਰ ਧਿਆਨ ਦੇ ਨਾਲ ਹੀ ਕਾਫੀ ਪੋਸਿਬਿਲਿਟੀਜ਼ ਹੈਗੀ। ਜੀ ਜੀ। ਹੁਣ ਤਾਂ ਹੀ US ਅਮਰੀਕਾ ਦੇ ਅੰਦਰ, ਅਗਰ ਤੁਸੀਂ ਅਮਰੀਕਾ ਦੀ ਗੱਲ ਕਰੋ, ਅਮਰੀਕਾ ਨੇ ਕਿਉਂ ਅਡਾਪਟ ਕੀਤਾ? ਬਿਕਾਜ਼ ਦੇ ਆਰ ਵੈਰੀ ਇੰਟੈਲੀਜੈਂਟ ਹਿਊਮਨ ਬੀਇੰਗਸ। ਜੀ। ਤਾਂ ਉਹਨਾਂ ਨੇ ਇੰਡੀਆ ਦੀ ਜਿਹੜੀ ਪ੍ਰਥਾ ਸੀ, ਜਿਹੜੀ ਇੰਡੀਅਨ ਛੱਡਦੇ ਪਏ ਸੀ, ਉਹਨਾਂ ਨੇ ਗ੍ਰੈਬ ਕਰਕੇ ਲਿੱਤਾ। ਐਂਡ ਹੈਪੀਨੈਸ ਇਜ਼ ਅੱਜ ਕੱਲ੍ਹ ਦੀ ਡੇਟ ਦੇ ਅੰਦਰ ਪੀਪਲ ਵਾਂਟ ਟੂ ਬੀ ਹੈਪੀ, ਲੋਕ ਖੁਸ਼ ਰਹਿਣਾ ਚਾਹੁੰਦੇ ਨੇ। ਦੈਟਸ ਵਾਈ ਦੇ ਵਾਂਟ ਟੂ ਟਰੈਵਲ, they want to meet people, socialize, party, everything। ਔਰ ਇਹੀ ਚੀਜ਼ ਹੈ, ਅਸੀਂ ਸਵੇਰੇ ਉੱਠ ਕੇ 10-15 ਮਿੰਟ ਮੈਡੀਟੇਸ਼ਨ ਕਰ ਲਈ, ਯੋਗਾ ਕਰ ਲਈ, ਤਾਂ ਸਟੇਟ ਆਫ ਮਾਈਂਡ ਉਹ ਅਸੀਂ ਅਚੀਵ ਕਰ ਸਕਦੇ ਹਾਂ। ਜੀ। ਉਹ ਇਹ ਜੇ ਗੱਲ ਇਹ ਕਰੀਏ ਕਿ ਪਰਿਵਾਰ ਦੇ ਵਿੱਚ ਰਹਿ ਕੇ ਸਾਨੂੰ ਖੁਸ਼ੀ ਮਿਲਦੀ ਹੈ, ਪਰਿਵਾਰ ਖੁਸ਼ ਹੈ ਤੇ ਅਸੀਂ ਖੁਸ਼ ਹਾਂ, ਪਰ ਪਰਿਵਾਰ ਨੂੰ ਕਿੱਦਾਂ ਖੁਸ਼ ਰੱਖੀਏ, ਜਾਂ ਆਪਸ ਦੇ ਵਿੱਚ ਜਿਹੜੇ ਪਰਿਵਾਰ ਦੇ ਮੈਂਬਰਸ ਨੇ ਇੱਕ ਦੂਸਰੇ ਲਈ ਕੀ ਕਰ ਸਕਦੇ ਨੇ ਕਿ ਖੁਸ਼ੀ ਜਿਹੜੀ ਹੈ ਫੈਮਿਲੀ ਦੇ ਵਿੱਚ ਬਰਕਰਾਰ ਰਹੇ? ਮੈਮ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ 20 ਸਾਲ ਐਕਸਪੀਰੀਅੰਸ ਦੇ ਨਾਲ ਇੱਕ ਚੀਜ਼ ਕਹੂੰਗਾ, ਪਹਿਲਾਂ ਆਪ ਨੂੰ ਖੁਸ਼ ਰੱਖਣਾ ਸਿੱਖਣਾ ਚਾਹੀਦਾ। ਆਪ ਕੋਲ ਪੈਸਾ ਨਹੀਂ ਤਾਂ ਦੂਜੇ ਨੂੰ ਕਿੱਦਾਂ ਦੋਗੇ ਉਧਾਰ? ਤਾਂ ਪਹਿਲਾਂ ਜੇ ਅਸੀਂ ਆਪਦੇ ਆਪ ਸਿੱਖੀਏ ਕਿ ਮੈਂ ਖੁਸ਼ ਰਹਿਣਾ ਚਾਹ ਰਿਹਾ। ਚੈਲੰਜ ਹੈ आजकल खुश रहना एक चैलेंज है। आज कुछ भी आप सवेरे उठ के डिसाइड करो, रब नाल प्रार्थना करो कि आज दिन च कुछ भी मैं खुश रहूँगा। 2 दिन 3 दिन 4 दिन का एक संकल्प लो। पहला आप खुश रहो, जो तुसीं खुश रहोगे ਤੁਸੀਂ ਦੇਖੋ ਜਿਹੜਾ ਛੋਟਾ ਬੱਚਾ ਹੁੰਦਾ ਹੈ, ਛੋਟੇ ਬੱਚੇ ਨੂੰ ਉਹਦੀ ਪ੍ਰੈਜ਼ੈਂਸ ਕਿੰਨੀ ਮਜ਼ੇਦਾਰ ਹੁੰਦੀ ਹੈ। ਜੀ ਜੀ 70 ਸਾਲ ਦਾ ਵਿਅਕਤੀ 2 ਸਾਲ ਜਾਂ ਮਾਨੇ ਵਾਟ 1.5 ਸਾਲ 2 ਸਾਲ ਦੇ ਬੱਚੇ ਦੀ ਜਦੋਂ ਕੰਪਨੀ ਚ ਆਉਂਦਾ ਉਹ ਕਿੱਦਾਂ ਚੇਂਜ ਹੋ ਜਾਂਦਾ, ਕਿਉਂਕਿ ਉਹ ਉਹਦੀ ਲਾਈਫ ਚ ਖੁਸ਼ੀ, ਹੈਪੀਨੈਸ, ਜੋਏ, ਐਂਥੂਸੀਆਜ਼ਮ, ਜੋਸ਼ ਲਾਈਫ ਹੈ ਉਹਦੇ ਅੰਦਰ। ਉਹ ਲਾਈਫ ਜੇ ਅਸੀਂ ਭਰ ਲਈ, ਅਸੀਂ ਕਿਤੇ ਵੀ ਕਿਸੇ ਨੂੰ ਇਨਫਲੂਐਂਸ ਕਰ ਸਕਦੇ ਹਾਂ। ਔਰ ਖੁਸ਼ੀ ਨਾ ਕੰਟੇਜੀਅਸ ਹੁੰਦੀ ਹੈ, ਮਤਲਬ ਤੁਹਾਨੂੰ ਜੇ ਤੁਸੀਂ ਖੁਸ਼ ਹੋ ਤਾਂ ਮੈਂ ਵੀ ਖੁਸ਼ ਹੋ ਜਾਵਾਂਗਾ ਤੁਹਾਡੀ ਕੰਪਨੀ ਚ ਆ ਕੇ। ਅੱਛਾ ਜੀ। ਹਾਂਜੀ, ਸਾਨੂੰ ਖੁਸ਼ ਹੋਣ ਲਈ ਕੁਝ ਜ਼ਿਆਦਾ ਨਹੀਂ ਕੁਝ ਕਰਨਾ ਪੈਂਦਾ। ਜਿਹੜਾ ਅਨਨੈਸੈਸਰੀ ਲੋਕਾਂ ਦਾ ਟਾਰਚਰ ਸਟੇਟ ਆਫ ਮਤਲਬ ਸ਼ਬਦ ਦਿਮਾਗ 'ਚ ਚੱਲਦੇ ਪਏ ਨੇ, ਬਾਹਰ ਕੱਢ ਲੈਣ ਜਾਂ ਕਿੱਦਾਂ ਕਿਹੜੀ ਚੀਜ਼ਾਂ ਨੂੰ ਇਗਨੋਰ ਕਰਨਾ ਉਹ ਸਿੱਖਣਾ ਆ ਜਾਏ ਤਾਂ ਅਸੀਂ ਖੁਸ਼ ਹੋ ਜਾਵਾਂਗੇ।
ਜੀ 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 ਮਹਾਜਨ ਸਾਹਿਬ, ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਸੀ ਕਿ ਅੱਜ ਕੱਲ ਲੋਕ ਇਕੱਠੇ ਹੁੰਦੇ ਨੇ, ਗੈਦਰਿੰਗ ਕਰਦੇ ਨੇ, ਸੋਸ਼ਲ ਗੈਦਰਿੰਗ ਹੋ ਰਹੀ, ਯਾਨੀ ਕਿਤੇ ਨਾ ਕਿਤੇ ਜਿਸ ਤਰ੍ਹਾਂ ਬੈਠਕਾਂ ਹੁੰਦੀਆਂ ਕਹਿੰਦੇ ਨੇ ਪਾਰਟੀਆਂ ਹੋ ਰਹੀਆਂ, ਉੱਥੇ ਜਾ ਕੇ ਖੁਸ਼ ਹੋ, ਕਿਤੇ ਨਾ ਕਿਤੇ ਇਸ ਤਰ੍ਹਾਂ ਨਹੀਂ ਲੱਗਦਾ ਕਿ ਖੁਸ਼ ਹੋਣ ਦਾ ਸਿਰਫ ਇੱਕ ਦਿਖਾਵਾ ਕਰਨ ਦੀ ਕੋਸ਼ਿਸ਼ ਵੀ ਹੁੰਦੀ ਹੈ? ਕਿਉਂਕਿ ਪੁਰਾਣਾ ਸਮੇਂ ਸੀ, ਉਦੋਂ ਭਾਵੇਂ ਪਿੰਡਾਂ ਦੀਆਂ ਗੱਲਾਂ ਕਰ ਲਓ, ਉੱਥੇ ਬੋਰਡ ਦੇ ਥੱਲੇ, ਛਾਂ ਦੇ ਥੱਲੇ ਬੈਠਣਾ, ਬਜ਼ੁਰਗਾਂ ਨੇ ਆਪਸ ਵਿੱਚ ਗੱਲਾਂ ਕਰਨੀਆਂ ਦਿਨ ਭਰ ਦੀਆਂ, ਬੱਚਿਆਂ ਨੇ ਖੇਡਣਾ ਕੋਲ ਸਾਹਮਣੇ ਗਰਾਊਂਡ 'ਚ, ਤੇ ਜੇ ਘਰਾਂ ਦੇ ਬਾਹਰ ਥੜਿਆਂ ਦੇ ਉੱਤੇ ਸੁਆਣੀਆਂ ਨੇ ਬੈਠਣਾ, ਇੱਕ ਦੂਸਰੇ ਨਾਲ ਦਿਲ ਫਰੋਲਣੇ, ਇੱਕ ਦੂਸਰੇ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਕੱਢਣੀਆਂ। ਪਰ ਅੱਜ ਕੱਲ ਇੱਕ ਦੂਸਰੇ ਦੇ ਨਾਲ ਸਿਰਫ ਮਿਲ ਕੇ ਇੱਕ ਨਕਲੀ ਜਿਹੜੀ ਸਮਾਈਲ ਹੈ ਚਿਹਰੇ ਤੇ ਰਹਿ ਗਈ ਹੈ। ਉਹ ਗੱਲ ਆ ਜਾਂਦੀ ਨੇ, ਕਹਿੰਦੇ ਨੇ ਕਿ ਮੂੰਹ ਕੀ ਬਾਤ ਸੁਨੇ ਹਰ ਕੋਈ, ਦਿਲ ਕੇ ਦर्द को जाने कौन, आवाज़ों के बाजार में खामोशी पहचाने कौन। सो खामोशियाँ दिल ਦੀਆਂ ਅਸੀਂ ਅੰਦਰ ਰੱਖ ਲਈਆਂ, ਨਕਲੀ ਮੁਸਕਾਨ ਚਿਹਰੇ ਤੇ ਸਜਾ ਲਈ ਹੈ। सर मैं एक छोटी स्टोरी सुनाऊंगा ਤੁਹਾਨੂੰ, बड़े मजेदार जी। एक छोटा बच्चा ਹੁੰਦਾ है, वो सेकंड या थर्ड क्लास पढ़ता ਹੁੰਦਾ, मैं ਉਹਦੇ ਕੋਲ ਗਿਆ, मैं पूछा बेटा तू खुश है? वो कहता अंकल मैं अभी खुश नहीं हूँ, मैं थोड़ा बड़ी क्लास में जाऊँगा, मैं खुश हो जाऊँगा। अच्छा। वो 5th क्लास पहुँच जाता है, फिर मैं चला जाना ਉਹਦੇ ਕੋਲ, बेटा तू खुश है? अंकल अभी तो मैं जब 7th 8th बड़ी मिडिल क्लास सेक्शन सीनियर होता है उदों मैं पहुँच के 8वीं के अंदर बहुत खुश हो जाऊँगा, हाले तो बोर्ड मतलब टेंशन मैं तो बहुत ज़्यादा है वॉट एवर। वो 8वीं पहुँचता, फिर मैं उनको पूछता खुश हो गया? मम्मी पापा कहते हैं 9th 10th की पढ़ाई आ रही है बड़ी मुश्किल पढ़ाई है, बहुत ही मुश्किल पढ़ाई। वो पढ़ाई मैं 10वीं जो अचीव 10वीं ਦੇ ਮੇਰੇ ਬੋਰਡ ਦੇ ਐਗਜ਼ਾਮ ਤੱਕ ਮੈਨੂੰ ਟੈਨਸ਼ਨ ਰਹਿਣੀ ਹੈ, 10वीं ਪਾਸ ਕਰ ਲਾਂ ਅੰਕਲ ਫਿਰ ਤਾਂ ਮੈਂ ਖੁਸ਼ ਹਾਂ, ਮੇਰਾ ਲਾਈਫ ਸੈਟਲ ਹੈ। 10वीं ਚ ਮੈਂ ਚਲਾ ਗਿਆ, ਐਗਜ਼ਾਮ ਦੇ ਰਿਜ਼ਲਟ ਆ ਗਿਆ, ਖੁਸ਼ ਹੈ ਅੰਕਲ। ਹੁਣ ਮੈਂ ਕਿਹੜੀ 11th ਸਬਜੈਕਟ ਲੈਣੇ, ਮੈਡੀਕਲ ਲੈਣਾ, ਨਾਨ ਮੈਡੀਕਲ ਲੈਣਾ, ਆਰਟਸ ਲੈਣਾ, ਇੱਕ ਵਾਰੀ ਕਲੀਅਰ ਹੋ ਜਾਏ ਕਿਹੜੀ ਸਟਰੀਮ ਲੈਣੀ, ਫਿਰ ਤਾਂ ਵੇਲੇ ਆ, ਫਿਰ ਤਾਂ ਕੁਝ ਖਾਸ ਨਹੀਂ। 11th ਚ ਗਿਆ, ਉਹਨੇ ਮੈਡੀਕਲ ਲੈ ਲਈ, ਬੇਟਾ ਹੁਣ ਤੂੰ ਖੁਸ਼ ਹੈ? ਅੰਕਲ ਮੈਂ ਖੁਸ਼ ਹੋ ਜਾਣਾ ਸੀ, ਲੇਕਿਨ ਹੁਣ ਮੈਡੀਕਲ ਦੇ ਐਗਜ਼ਾਮਸ ਦੀ ਤਿਆਰੀ ਬੜੀ ਜ਼ਿਆਦਾ ਕਰ ਰਿਹਾ। ਇੱਕ ਵਾਰੀ ਮੇਰੀ 12th ਤੋਂ ਬਾਅਦ ਮੇਰੇ ਐਂਟਰੈਂਸ ਕਲੀਅਰ ਹੋ ਜਾਣ, ਮੈਂ ਕਾਲਜ ਜਾਂ ਯੂਨੀਵਰਸਿਟੀ ਚ ਚਲਾ ਜਾਵਾਂ, मैं खुश हो जाऊंगा। मैं कॉलेज चला गया, खुश है तो बेटा कल्ला रहना, कोई सहेली नहीं है मेरी अंकल एक गर्लफ्रेंड बन जाए तो मैं बड़ा खुश हो जावांगा। वो बन जाती खुश है, अंकल पहले ही अच्छा सी हुणे छूट जाए, ਜਦੋਂ ਵਿਆਹ ਹੋ ਗਿਆ ਫਿਰ ਤਾਂ ਖੁਸ਼ੀ ਖਤਮ ਹੋ ਗਈ ਕਹਿੰਦੇ ਨੇ। ਹਾਂ ਫਿਰ ਉਹਦੇ ਸ਼ਾਦੀ ਦਾ ਚਲਾ ਗਿਆ, ਫਿਰ ਸ਼ਾਦੀ ਦੇ ਟਾਈਮ ਉਹਦੇ ਬੱਚੇ ਐਦਾਂ ਕਰਦੇ ਕਰਦੇ ਉਹ ਬੱਚਾ 65 ਸਾਲ ਦਾ ਹੋ ਜਾਂਦਾ। ਅੱਛਾ ਜੀ। ਯਮਰਾਜ ਲੈਣ ਆਉਂਦੇ ਨੇ, ਉਸ ਤੋਂ ਪਹਿਲਾਂ ਮੈਂ ਪਹੁੰਚ ਜਾਣਾ। ਅੱਛਾ। ਉਹਦਾ ਬੇਟਾ ਖੁਸ਼ ਹੈ, ਅੰਕਲ ਸਾਰੀ ਜ਼ਿੰਦਗੀ ਜੀ ਲਈ, ਖੁਸ਼ ਹੋਏ ਹੀ ਨਹੀਂ, ਐਦਾਂ ਹੀ ਅਸੀਂ ਜ਼ਿੰਦਗੀ ਜੀ ਰਹੇ। ਸਹੀ ਗੱਲ। ਖੁਸ਼ੀ ਦੀ ਤਲਾਸ਼ ਕਰ ਰਹੇ ਹਾਂ, ਖੁਸ਼ ਹੋ ਨਹੀਂ ਰਹੇ। ਤੁਸੀਂ ਖੁਸ਼ ਹੋ ਕੇ ਵੀ ਖਾਣਾ ਖਾ ਸਕਦੇ ਹੋ, ਤੁਸੀਂ ਖੁਸ਼ ਹੋ ਕੇ ਵੀ ਪਾਰਟੀ ਕਰ ਸਕਦੇ ਹੋ। ਤੁਸੀਂ ਸੋਚੋ ਪਾਰਟੀ ਖੁਸ਼ੀ ਚੋਂ ਮਿਲੇ, ਖੁਸ਼ੀ ਪਾਰਟੀ ਚੋਂ ਮਿਲੇਗੀ, ਉਹ ਨਹੀਂ ਹੋ ਸਕਦਾ। ਤੁਸੀਂ ਵਾਕ ਤੇ ਜਾਣਾ, ਤੁਸੀਂ ਗੋਆ ਜਾਣਾ, ਤੁਸੀਂ ਅਮਰੀਕਾ ਜਾਣਾ, ਤੁਸੀਂ ਕਿਤੇ ਖੁਸ਼ ਹੋ ਕੇ ਜਾਣਾ ਚਾਹੀਦਾ, ਰਾਦਰ ਸੋਚਣਾ ਕਿ ਅਮਰੀਕਾ ਜਾ ਕੇ ਖੁਸ਼ ਹੋ ਜਾਊਂਗਾ। ਦੈਟਸ ਇਹ ਸ਼ਿਫਟ ਲੈ ਕੇ ਆਣੀ। ਮੈਂ ਖੁਸ਼ ਹੋ ਕੇ ਵੀ ਕੰਮ ਕਰ ਸਕਦਾ, ਕੰਮ 'ਚ ਖੁਸ਼ੀ ਨਹੀਂ ਲੱਭਦੀ। ਤੁਸੀਂ 20,000 ਦੀ ਤਨਖਾਹ 'ਚ ਖੁਸ਼ੀ ਥੋੜੀ ਮਿਲ ਜਾਣੀ, ਐਨੀ ਸਸਤੀ ਥੋੜੀ ਖੁਸ਼ੀ। ਤੁਸੀਂ ਖੁਸ਼ ਹੋ ਕੇ ਵੀ 20,000 ਦੀ ਤਨਖਾਹ ਕਮਾ ਸਕਦੇ ਹੋ। ਇੰਕਰੀਮੈਂਟ ਦੇ ਨਾਲ ਖੁਸ਼ੀ ਜੋੜ ਦਿੰਦੇ, ਆਫਿਸ ਵਾਲੇ ਇੰਕਰੀਮੈਂਟ ਦੇ ਨਾਲ ਜੋੜ ਦਿੰਦੇ, ਬੱਚੇ ਕੁਆਲੀਫਿਕੇਸ਼ਨ ਨਾਲ ਜੋੜ ਦਿੰਦੇ, ਪੇਰੈਂਟਸ ਆਪਣੇ ਬੱਚਿਆਂ ਦੀ ਐਕਸਪੈਕਟੇਸ਼ਨਸ ਨਾਲ ਜੋੜ ਦਿੰਦੇ ਨੇ। ਖੁਸ਼ ਹੋ ਕੇ ਵੀ ਇਹ ਸਾਰੀ ਐਕਟੀਵਿਟੀਜ਼ ਕਰੋ। ਇਹ ਸ਼ਿਫਟ ਅਸੀਂ ਆਈ ਥਿੰਕ ਵਰਡ ਹੈਪੀਨੈਸ ਡੇ ਦੇ ਅੰਦਰ ਅੱਜ ਸੰਕਲਪ ਲਈ ਕਿ ਅਸੀਂ ਲੈ ਕੇ ਆਣਾ। ਅਸੀਂ ਖੁਸ਼ ਹੋ ਕੇ ਵੀ ਨਾਰਾਜ਼ ਹੋ ਸਕਦੇ ਹਾਂ ਜੀ। ਔਰ ਸਾਡੇ ਪੰਜਾਬ ਦੇ ਅੰਦਰ ਪ੍ਰਾਇਮਰੀਲੀ ਕੀ ਹੁੰਦਾ, ਸਾਨੂੰ ਮੈਂ ਜਿਹੜੇ ਜ਼ਿਆਦਾਤਰ ਲੋਕਾਂ ਨੂੰ ਮਿਲਦਾ, ਉਹ ਕੜਵੇ ਸ਼ਬਦ ਬਹੁਤ ਬੋਲਦੇ ਨੇ। ਉਹ ਕਹਿੰਦੇ ਸੀ ਦਿਲ ਦੇ ਬਹੁਤ ਸਾਫ਼ ਆ। ਮੈਂ ਉਹਨਾਂ ਨੂੰ ਇਹ ਸੁਜੈਸ਼ਨ ਦਵਾਂਗਾ ਕਿ ਤੁਸੀਂ ਅਨਪਲੇਜ਼ੈਂਟ ਟਰੂਥ ਨਾ ਬੋਲਿਆ ਕਰੋ। ਬਿਲਕੁਲ ਸਹੀ। ਚੁਭਦੀਆਂ ਗੱਲਾਂ ਨਾ ਬੋਲਿਆ। ਹੁਣ ਗੰਜਾ ਨੂੰ ਬੋਲੋ ਤੂੰ ਤਾਂ ਗੰਜਾ ਹੈ ਤਾਂ ਸੱਚ, ਲੇਕਿਨ ਬੋਲਣ ਦੀ ਕੀ ਲੋੜ ਹੈ। ਔਰ ਸ਼ਬਦਾਂ ਦੇ ਉੱਪਰ ਚੇਨ ਬੜਾ ਇੰਪੋਰਟੈਂਟ ਹੈ। ਜੇ ਤੁਸੀਂ ਕਹਿੰਦੇ ਪਰਿਵਾਰ ਦੀ ਤੁਸੀਂ ਗੱਲ ਛੇੜੀ ਸੀ, ਪਰਿਵਾਰ ਦੇ ਅੰਦਰ ਜੇ ਇੱਕ ਹਫਤੇ ਦੇ ਅੰਦਰ 2 ਵਾਰੀਆਂ 3 ਵਾਰੀ ਸਾਰਿਆਂ ਨੂੰ ਕਾਮਨ ਡਿਨਰ ਕਰਨਾ ਚਾਹੀਦਾ ਡਾਈਨਿੰਗ ਟੇਬਲ ਤੇ ਬੈਠ ਕੇ। ਔਰ ਉਸ ਡਿਨਰ ਦੇ ਟਾਈਮ ਅੰਦਰ ਪੇਰੈਂਟਸ ਨੂੰ ਮੇਰੀ ਸੁਜੈਸ਼ਨ ਹੈ, ਕਦੀ ਬੱਚਿਆਂ ਨੂੰ ਨਾ ਉਹਨਾਂ ਨੂੰ ਸਵਾਲ ਜਵਾਬ ਨਾ ਕਰਨ, ਚੁੱਭ ਦੇ। ਕਿਉਂਕਿ ਬੱਚਾ ਕਦੇ ਨਹੀਂ ਪੁੱਛੇਗਾ ਪਾਪਾ ਤੁਹਾਡੀ ਇੰਕਰੀਮੈਂਟ ਕਿੰਨੀ ਹੋਈ, ਤੁਹਾਨੂੰ ਸੈਲਰੀ ਵਧੀ ਕਿ ਨਹੀਂ ਵਧੀ। ਪਾਪਾ ਪੁੱਛਦਾ ਬੇਟਾ ਤੁਹਾਡੇ ਨੰਬਰ ਵਧੇ ਕਿ ਨਹੀਂ ਵਧੇ। ਬਹੁਤ ਵਧੀਆ ਗੱਲ ਕੀਤੀ ਤੁਸੀਂ, ਬਿਲਕੁਲ ਠੀਕ ਗੱਲ। ਪਾਪਾ ਨੂੰ ਰਾਈਟ ਹੈ ਬੱਚੇ ਨੂੰ ਕੁਐਸਚਨ ਪੁੱਛਣ ਦਾ, ਔਰ ਬੱਚੇ ਨੂੰ ਰਾਈਟ ਨਹੀਂ ਹੈ ਕੁਐਸਚਨ ਪੁੱਛਣ ਦਾ, ਉਹ ਨੌਨਸੈਂਸ ਹੈ। ਬਿਲਕੁਲ ਬਿਲਕੁਲ। ਤੇ ਫੈਮਿਲੀ ਦੇ ਅੰਦਰ ਕੁਝ ਐਦਾਂ ਦਾ ਮਾਹੌਲ ਹੋਣਾ ਚਾਹੀਦਾ ਪੇਰੈਂਟਸ ਨੂੰ ਕਿ ਪੇਰੈਂਟਸ ਆਪਣੀ ਪੇਰੈਂਟਸ ਦੀ ਡੈਜ਼ਿਗਨੇਸ਼ਨ ਤੋਂ ਬਾਹਰ ਆਣ। ਉਹ ਫਾਦਰ ਦੇ ਰੂਲ 'ਚ ਬਣਿਆ ਰਹਿੰਦਾ। ਫਾਦਰ ਕਦੀ ਦੋਸਤ ਵੀ ਬਣ ਜਾਏ। ਹੁਣ ਜੇ ਲੜਕਾ ਹੈ ਤਾਂ ਉਹਦੇ ਨਾਲ ਬॉयਫ੍ਰੈਂਡ ਦੀ ਗਰਲਫ੍ਰੈਂਡ ਦੀਆਂ ਗੱਲਾਂ ਉਹਦੇ। ਚਲੋ ਆਪਾਂ ਇੱਕ ਚੀਜ਼ ਹੋਰ ਦੇਖਦੇ। ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਖਾਣੇ ਦੇ ਟੇਬਲ ਤੇ ਬੈਠੇ ਆ ਜੀ, ਔਰ ਉੱਥੇ ਬੈਠੇ ਵੀ ਸੀ ਉਹਨਾਂ ਨੂੰ ਸਵਾਲ ਜਵਾਬ ਕਰਨ ਲੱਗ ਪਏ ਨੇ। ਹਾਂ ਵੀ ਕਾਕਾ ਕੀ ਕੰਮ ਹੈ, ਤੇਰਾ ਸਕੂਲ ਦਾ ਕੀ ਹਾਲ ਚਾਲ ਹੈ, ਤੇ ਉਹਨੂੰ ਇਹ ਲੱਗ ਜਾਂਦਾ ਕਿ ਮੈਂ ਇੱਥੇ ਵੀ ਇੱਕ ਟੈਸਟ ਦੇਣਾ ਪਿਆ। ਉਹਨੂੰ ਲੱਗਦਾ ਪਾਪਾ ਨਹੀਂ ਸਪਾਟਾ ਬੈਠਾ। ਬਿਲਕੁਲ ਬਿਲਕੁਲ ਠੀਕ ਗੱਲ ਹੈ। ਤੇ ਬੱਚਿਆਂ ਦੀ ਗੱਲ ਹੋ ਰਹੀ ਹੈ ਤੇ ਖੁਸ਼ ਦਿਖਣਾ ਅੱਜ ਕੱਲ ਨੌਜਵਾਨਾਂ ਦੇ ਵਿੱਚ ਜ਼ਿਆਦਾ ਜ਼ਰੂਰੀ ਹੋ ਗਿਆ ਖੁਸ਼ ਰਹਿਣ ਤੋਂ। ਮੈਂ ਇੱਥੇ ਸੋਸ਼ਲ ਮੀਡੀਆ ਦੇ ਨਾਲ ਇਹਨੂੰ ਜੋੜਾਂਗੀ। ਲੁਕਿੰਗ ਗੁੱਡ ਇਜ਼ ਮੋਰ ਇੰਪੋਰਟੈਂਟ ਦੈਨ ਫੀਲਿੰਗ ਗੁੱਡ ਥੀਸ ਡੇਜ਼। लुकिंग गुड इज सोशल मीडिया, फीलिंग गुड इज एक्चुअली। और ਸਾਡੀ ਮਤਲਬ ਡੀਪੀ ਤੇ ਆਧਾਰ ਕਾਰਡ ਦੀ ਫੋਟੋ। ਸ਼ਿਵਾ ਜੀ ਨਾ ਚੈਲੰਜ ਹੈ ਸੋਸਾਇਟੀ ਦਾ ਅੱਜ ਕੱਲ੍ਹ ਜੀ। ਵਰਲਡ ਇਜ਼ ਗੋਇੰਗ, ਜਿਹੜਾ ਸਾਡੀ ਦੁਨੀਆ ਬੜੇ ਟਫ ਫੇਸ ਤੋਂ ਜਾ ਰਹੀ ਹੈ, ਆਰਟੀਫੀਸ਼ੀਅਲ ਫੇਸ ਹੁੰਦਾ ਜਾ ਰਿਹਾ। ਸਾਰੇ ਰਿਸ਼ਤੇ ਸੋਸ਼ਲ ਹੋ ਗਏ। ਇੱਕ ਜੋਕ ਹੈ, ਬੜਾ ਅੱਛਾ ਜੋਕ ਹੈ।
ਕਹਿੰਦੇ ਫੈਮਿਲੀ ਦੇ ਅੰਦਰ ਰਾਤੀ ਜੇ ਗੈਟ ਟੂਗੇਦਰ ਕਰਨਾ ਹੋਵੇ ਨਾ ਵਾਈਫਾਈ ਬੰਦ ਕਰ ਦੋ, ਸਾਰੇ ਕਮਰੇ ਤੋਂ ਬਾਹਰ ਆ ਜਾਣਗੇ। ਸਹੀ ਗੱਲ ਹੈ। ਸਾਰੇ ਬਾਹਰ ਆ ਜਾਣਗੇ ਜੀ। ਔਰ ਡਿਜੀਟਲ ਵਰਡ ਇੰਨਾ ਜ਼ਿਆਦਾ ਹੋ ਗਿਆ ਕਿ ਹਰ ਚੀਜ਼ ਅਸੀਂ ਆਪਣੇ ਇਮੋਸ਼ਨਲੈਸ, ਅੱਜ ਪਾਪਾ ਨੇ ਵੀ ਬੇਟੇ ਨੂੰ ਵਿਸ਼ ਕਰਨਾ ਤਾਂ ਹੈਪੀ ਬਰਥਡੇ ਮਾਈ ਬੇਟਾ, ਹਾਈ ਹੈਪੀ ਬਰਥਡੇ ਟੂ ਮਾਈ ਸਨ, ਉਹ ਫੇਸਬੁੱਕ ਤੇ ਵਿਸ਼ ਕਰਕੇ ਦੁਨੀਆ ਨੂੰ ਸੁਣਾਏਗਾ। ਜੀ, ਦੁਨੀਆ ਦੇ ਲਾਈਕ ਤੇ ਕਮੈਂਟ ਸਹੀ ਹੈ। ਅਸੀਂ ਸਾਰੇ ਇਵੇਂ ਦੇ ਹਾਂ। ਆਪਣੀ ਸਾਰੀ ਜ਼ਿੰਦਗੀ ਲਾਈਕਸ ਔਰ ਕਮੈਂਟਸ ਦੇ ਅੰਦਰ ਫੇਸਬੁੱਕ ਔਰ ਸੋਸ਼ਲ ਮੀਡੀਆ ਨਾਲ ਜੁੜੀ ਕਿਤੇ ਨਾ ਕਿਤੇ ਗਲਤ ਹੋ ਰਿਹਾ। ਔਰ ਮੈਨੂੰ ਲੱਗਦਾ ਜਿਵੇਂ ਅਸੀਂ ਬੀਇੰਗ ਅ ਸੀਨੀਅਰ ਪੀਪਲ ਸਾਨੂੰ ਇਹਦੇ ਅੰਦਰ ਥੋੜੇ ਰਿਫਰਮੇਸ਼ਨ, ਥੋੜੇ ਚੇਂਜਸ ਲੈ ਕੇ ਆਣੇ ਪੈਣਗੇ ਜੀ, ਕਿ ਜ਼ਿੰਦਗੀ ਦੇ ਅੰਦਰ ਥੋੜੀ ਪ੍ਰਾਈਵੇਟ ਲਾਈਫ ਵੀ ਖੁਸ਼ ਅੱਛੀ ਜ਼ਿੰਦਗੀ ਹੁੰਦੀ ਹੈ। ਜੀ, ਪ੍ਰਾਈਵੇਟ ਲਾਈਫ ਇਜ਼ ਵੈਰੀ ਹੈਪੀ ਲਾਈਫ। ਬਿਲਕੁਲ ਠੀਕ ਗੱਲ ਹੈ। ਪ੍ਰਾਈਵੇਟ ਲਾਈਫ ਇਜ਼ ਵੈਰੀ ਹੈਪੀ ਲਾਈਫ। ਔਰ ਆਪਣੀ ਜ਼ਿੰਦਗੀ ਦੇ ਹੈਪੀਨੈਸ ਨੂੰ, ਸਕਸੈਸ ਨੂੰ, ਫੇਮ ਨੂੰ, ਨੇਮ ਨੂੰ ਜਾਂ ਮਿਹਨਤ ਨੂੰ ਸਿਰਫ ਸੋਸ਼ਲ ਮੀਡੀਆ ਦੇ ਉੱਪਰ ਡਿਪੈਂਡੈਂਟ ਨਹੀਂ ਕਰਨਾ ਚਾਹੀਦਾ। ਜੀ। ਅੱਛਾ, ਤੁਸੀਂ ਜਿਸ ਤਰ੍ਹਾਂ ਗੱਲ ਦੱਸ ਰਹੇ ਹੋ ਕਿ ਸੋਸ਼ਲ ਮੀਡੀਆ ਦੇ ਉੱਤੇ ਅੱਜਕੱਲ੍ਹ ਇਹ ਸਾਰੀ ਚੀਜ਼ ਬਣ ਚੁੱਕੀ ਹੈ, ਪਰ ਸੋਸ਼ਲ ਮੀਡੀਆ ਦੇ ਉੱਤੇ ਵੀ ਕਈ ਵਾਰੀ ਸਾਨੂੰ ਹੱਸਣ ਦੇ, ਖੁਸ਼ੀ ਹੋਣ ਦੇ ਜਿਹੜੇ ਮੌਕੇ ਮਿਲਦੇ ਨੇ, ਉਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਗ੍ਰੈਬ ਕਰੀਏ, ਕਿਸ ਤਰ੍ਹਾਂ ਪਾਈਏ? ਨਹੀਂ, ਸੋਸ਼ਲ ਮੀਡੀਆ ਨੂੰ ਯੂਜ਼ ਕਰਨਾ ਚਾਹੀਦਾ, ਬਟ ਸੋਸ਼ਲ ਮੀਡੀਆ ਤੁਹਾਨੂੰ ਯੂਜ਼ ਨਾ ਕਰੇ। ਬਿਲਕੁਲ ਬਿਲਕੁਲ। 24 ਘੰਟੇ ਸੋਸ਼ਲ ਮੀਡੀਆ ਦਾ ਕੋਈ ਜ਼ਰੂਰਤ ਨਹੀਂ, ਦਿਨ 'ਚ ਅੱਧਾ ਪੌਣਾ 1 ਘੰਟਾ ਇਜ਼ ਮੋਰ ਦੈਨ ਸਰਫਿੰਗ। ਹੁਣ ਅਸੀਂ ਸਾਰਾ ਦਿਨ ਹੀ ਸੋਸ਼ਲ ਮੀਡੀਆ ਤੇ ਲੱਗੇ ਰਹਿੰਦੇ ਆ, ਉਹਨੇ ਕੀ ਕੀਤਾ, ਉਹਨੇ ਕੀ ਕੀਤਾ, ਔਰ ਜ਼ਿਆਦਾਤਰ ਨੈਗੇਟਿਵ ਇਮੋਸ਼ਨਸ ਹੀ ਜਨਰੇਟ ਹੁੰਦੇ ਨੇ। ਰਿਸਰਚ ਅਗਰ ਮੈਂ YouTube ਤੁਸੀਂ ਪੜੋ ਨਾ ਕਿ ਸਾਈਡ ਇਫੈਕਟਸ ਆਫ ਸੋਸ਼ਲ ਮੀਡੀਆ, ਉਹ 'ਚ ਤੁਹਾਨੂੰ ਪਤਾ ਲੱਗ ਜਾਏਗਾ। ਐਂਗਜ਼ਾਇਟੀ ਦਾ ਮੇਨ ਕਾਰਨ ਹੀ ਸੋਸ਼ਲ ਮੀਡੀਆ। ਹਰ 2 ਮਿੰਟ ਬਾਅਦ ਫੋਨ, ਹਰ 2-3 ਮਿੰਟ ਬਾਅਦ ਫੋਨ, ਸੋਸ਼ਲ ਮੀਡੀਆ, WhatsApp, Facebook, ਵਾਟ ਪੀਪਲ ਆਰ ਡੂਇੰਗ। ਸਾਡੀ ਲਾਈਫ ਦੇ ਅੰਦਰ ਕੋਈ ਫਰਕ ਨਹੀਂ ਪਏਗਾ ਦੁਨੀਆ ਕੀ ਕਰ ਰਹੀ ਹੈ। ਸੁਮਿਤ ਸਰ, ਇੱਕ ਪੁਰਾਣੇ ਸਮੇਂ ਦੇ ਵਿੱਚ ਨਾ ਸਾਡੇ ਕੋਲ ਖੁਸ਼ੀਆਂ ਦੇ ਲਈ ਮਤਲਬ ਉਦੋਂ ਵੀ ਇਸੇ ਤਰੀਕੇ ਲੱਭ ਹੀ ਲੈਂਦੇ ਸੀ। ਜ਼ਿਆਦਾਤਰ ਹੁੰਦਾ ਸੀ ਕਿ ਖੁਸ਼ ਹੋਣ ਲਈ ਵੀ ਗੀਤ ਸੰਗੀਤ ਦਾ ਸਹਾਰਾ ਲਿਆ ਜਾਂਦਾ ਸੀਗਾ, ਔਰ ਗੀਤ ਸੰਗੀਤ ਜਿਹੜਾ ਸਾਡੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ। ਔਰ ਇਸ ਪ੍ਰੋਗਰਾਮ ਦਾ ਨਾਮ ਵੀ ਹੈ ਜੀ ਗੱਲਾਂ ਤੇ ਗੀਤ। ਹੁਣ ਵੇਲਾ ਹੋ ਰਿਹਾ ਜੀ ਵੀ ਤੁਹਾਨੂੰ ਵੀ ਥੋੜਾ ਜਿਹਾ ਖੁਸ਼ ਕਰ ਦਈਏ। ਜੀ, ਆਓ ਦੇਖਦੇ ਹਾਂ ਜੀ ਇੱਕ ਗੀਤ, ਔਰ ਸਾਡੇ ਦਰਸ਼ਕਾਂ ਲਈ ਵੀ ਔਰ ਤੁਹਾਡੇ ਲਈ ਵੀ।
ਬੇਫਿਕਰੀ ਵਿੱਚ ਲੰਘਿਆ ਬਚਪਨ ਮਾਣੋ ਯਾਰ ਜਵਾਨੀ ਪਿਛਲੀ ਉਮਰੇ ਮੁੱਲ ਟਿਮਾਣੇ ਪੈਂਦਾ ਨਹੀਂ ਦੁਆਨੀ ਬੇਫਿਕਰੀ ਵਿੱਚ ਲੰਘਿਆ ਬਚਪਨ ਮਾਣੋ ਯਾਰ ਜਵਾਨੀ ਪਿਛਲੀ ਉਮਰੇ ਮੁੱਲ ਟਿਮਾਣੇ ਪੈਂਦਾ ਨਹੀਂ ਦੁਆਨੀ ਉਮਰ ਬੀਤਦੀ ਤਨ ਮਨ ਦੋਵੇਂ ਲੀੜਿਆਂ ਵਾਂਗੂ ਕੱਸਦੇ ਸੱਜਣੀ ਜੀ ਹੱਸਦਿਆਂ ਦੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ। ਸੁਮਿਤ ਮਹਾਜਨ ਜੀ ਅੱਜ ਸਟੂਡੀਓ ਦੇ ਵਿੱਚ ਸਾਡੇ ਨਾਲ ਨੇ। ਵਰਲਡ ਹੈਪੀਨੈਸ ਡੇ ਤੇ ਅਸੀਂ ਲਗਾਤਾਰ ਗੱਲਬਾਤ ਕਰ ਰਹੇ ਹਾਂ। ਸੁਮਿਤ ਮਹਾਜਨ ਜੀ ਮੋਟੀਵੇਸ਼ਨਲ ਸਪੀਕਰ ਨੇ ਤੇ ਜੇ ਗੱਲ ਇਹ ਕਰੀਏ ਕਿ ਗੁੱਸਾ ਹੈ ਨਾ ਕਦੀ ਸਭ ਨੂੰ ਆਉਂਦਾ ਹੈ ਤੇ ਕਈਆਂ ਨੂੰ ਤਾਂ ਬਹੁਤ ਜ਼ਿਆਦਾ ਆਉਂਦਾ ਹੈ। ਇੱਕ ਬੰਦੇ ਨੂੰ ਗੁੱਸਾ ਆਇਆ ਤੇ ਦੂਸਰਾ ਉਹਦੇ ਗੁੱਸੇ ਦਾ ਸ਼ਿਕਾਰ ਹੁੰਦਾ ਹੈ, ਉਹਦੀ ਖੁਸ਼ੀ ਖਤਮ ਹੁੰਦੀ ਹੈ। ਉਹਦੇ ਗੁੱਸੇ ਦਾ ਸ਼ਿਕਾਰ ਅਗਲਾ ਬੰਦਾ ਹੁੰਦਾ ਹੈ, ਉਹਦੀ ਵੀ ਖੁਸ਼ੀ ਖਤਮ ਹੁੰਦੀ ਹੈ। ਇਦਾਂ ਕਰਦੇ ਕਰਦੇ ਚੇਨ ਬਣ ਜਾਂਦੀ ਹੈ ਤੇ ਇਸ ਚੇਨ ਨੂੰ ਕਿੱਦਾਂ ਤੋੜੀਏ? मैम पहले तो देखो गुस्सा जो भी आंदा ਤੁਹਾਡੀ ਸਾਹ ਛੋਟਾ ਹੋ ਜਾਂਦਾ ਜਦੋਂ ਵੀ ਗੁੱਸਾ ਆਂਦਾ ਸਾਹ ਛੋਟਾ ਹੋ ਜਾਂਦਾ। ਜਦੋਂ ਤੁਸੀਂ ਉਦਾਸ ਹੁੰਦੇ ਹੋ ਤੁਹਾਡੀ ਸਾਹ ਦਾ ਰਿਦਮ ਚੇਂਜ ਹੋ ਜਾਂਦਾ ਜਦੋਂ ਤੁਸੀਂ ਬਹੁਤ ਜ਼ਿਆਦਾ ਅਲੱਗ-ਅਲੱਗ ਸਟੇਟ ਆਫ ਮਾਈਂਡ ਜਾਂਦੇ ਹੋ ਉਹਦੇ ਨਾਲ ਸਾਹ ਦਾ ਰਿਦਮ ਬੜਾ ਚੇਂਜ ਹੋ ਜਾਂਦਾ ਸਹੀ ਤੁਸੀਂ ਜੇ ਗੁੱਸਾ ਆਂਦਾ ਹੈ ਤੇ ਗੁੱਸੇ ਨੂੰ ਗੁੱਸੇ ਦੇ ਮਨ ਦੇ ਥਰੂ ਕਾਬੂ ਨਹੀਂ ਕਰ ਸਕਦੇ, ਸਾਹ ਦੇ ਥਰੂ ਕਾਬੂ ਕਰ ਸਕਦੇ ਹੋ। ਅੱਛਾ ਜੀ। ਜੇ ਤੁਸੀਂ ਬਰੀਥਿੰਗ ਐਕਸਰਸਾਈਜ਼ ਸਾਹ ਲੈਣ ਦੀ ਟੈਕਨੀਕਾਂ ਯੋਗਿਕ ਟੈਕਨੀਕਾਂ ਸਿੱਖ ਲਓ ਤਾਂ ਤੁਹਾਨੂੰ ਸਿੱਖ ਸਕਦੇ ਹੋ ਆਪਣੇ ਮਨ ਤੱਕ ਕਾਫੀ ਹੱਦ ਤੱਕ ਕਾਬੂ ਕਿੱਦਾਂ ਪਾਇਆ ਜਾ ਸਕਦਾ, ਗੁੱਸੇ ਦੇ ਉੱਪਰ ਕਿੱਦਾਂ ਕੰਟਰੋਲ ਕੀਤਾ ਜਾ ਸਕਦਾ। ਔਰ ਜੇ ਉਹ ਚੀਜ਼ਾਂ ਸਿੱਖ ਲਓ ਤਾਂ ਫਿਰ ਵਾਕਈ ਬੜਾ ਘੱਟ ਗੁੱਸਾ ਆਏਗਾ। ਜਿੰਨਾ ਘੱਟ ਗੁੱਸਾ ਆਏਗਾ ਕਦੀ ਕਦਾਰ ਕਹਿੰਦਾ ਗੁੱਸਾ ਦਿਖਾਣਾ ਚਾਹੀਦਾ, ਹੋਣਾ ਔਰ ਗੁੱਸਾ ਦਿਖਾਣੇ 'ਚ ਬਹੁਤ ਫਰਕ ਹੈ। ਅੱਛਾ ਮਤਲਬ ਛੋਟੇ ਬੱਚੇ ਦੇ ਹੱਥ ਦੇ ਅੰਦਰ ਇੱਕ ਚਾਕੂ ਆ ਗਿਆ, ਤੁਸੀਂ ਗੁੱਸਾ ਦਿਖਾਓਗੇ ਬੇਟਾ ਛੱਡ ਦੇ, ਉਹ ਗੁੱਸੇ ਨਾਲ ਲਾਊਡ ਬੋਲੋਗੇ, ਉੱਚੀ ਬੋਲੋਗੇ, ਉਹਦੀ ਅੱਖਾਂ 'ਚ ਅੱਖਾਂ ਪਾ ਕੇ ਬੋਲੋਗੇ, ਉਹ ਚਾਕੂ ਛੱਡਦਾ ਤੁਹਾਡਾ ਗੁੱਸਾ ਨਿਕਲ ਜਾਂਦਾ। ਗੁੱਸਾ ਇਦਾਂ ਹੋਣਾ ਚਾਹੀਦਾ। ਸਾਨੂੰ ਕੀ ਹੁੰਦਾ ਗੁੱਸਾ ਆ ਜਾਂਦਾ ਤਾਂ ਫਿਰ ਇੱਕ ਦਿਨ ਦੋ ਦਿਨ ਜਾਂਦਾ ਹੀ ਨਹੀਂ। ਔਰ ਜਿੰਨਾ ਅਸੀਂ ਦੁਨੀਆ ਨੂੰ ਗੁੱਸੇ ਨਾਲ ਬਦਤਮੀਜ਼ੀ ਨਾਲ ਗੱਲਾਂ ਕਰਦੇ ਆ ਉਸ ਤੋਂ ਜ਼ਿਆਦਾ ਤਾਂ ਸਾਡਾ ਹੀ ਨੁਕਸਾਨ ਹੋ ਜਾਂਦਾ। ਉਹ ਅੱਗ ਦੇ ਅੰਦਰ ਅਸੀਂ ਜਲਦੇ ਰਹਿੰਦੇ ਆ। ਸਹੀ ਗੱਲ। ਅੱਗ ਦੇ ਅੰਦਰ ਅਸੀਂ ਜਲਦੇ ਰਹਿੰਦੇ। ਔਰ ਗੁੱਸਾ ਜਿੰਨਾ ਵੀ ਹੈ ਬੜਾ ਇੰਪੋਰਟੈਂਟ ਹੈ ਮੈਮ, ਜਿੰਨਾ ਵੀ ਗੁੱਸਾ ਬੀਤੀ ਹੋਈ ਗੱਲਾਂ ਦੇ ਨਾਲ ਹੀ ਹੁੰਦਾ। ਇਹ ਹੋਇਆ ਸੀ ਬਿਲਕੁਲ ਤੁਹਾਨੂੰ ਫਿਊਚਰ 'ਚ ਕੁਝ ਗਲਤ ਹੋਏਗਾ ਉਹਦਾ ਗੁੱਸਾ ਨਹੀਂ ਆਏਗਾ, ਉਹਦੀ ਐਂਗਜ਼ਾਇਟੀ ਕ੍ਰੀਏਟ ਹੁੰਦੀ ਹੈ। ਜਿੰਨਾ ਮਨ ਪਾਸਟ ਜਾਏਗਾ ਤਾਂ ਤਿੰਨ ਇਮੋਸ਼ਨਸ ਬੜੇ ਇੰਪੋਰਟੈਂਟ ਆਉਂਦੇ ਨੇ, ਐਂਗਰ, ਗੁੱਸਾ, ਰਿਗਰੈਟ, ਦਵੇਸ਼ ਔਰ ਗਿਲਟ। ਇਹ ਤਿੰਨ ਇਮੋਸ਼ਨਸ ਜਿਹੜੇ ਵੀ ਇਨਸਾਨ ਦੇ ਅੰਦਰ ਬਹੁਤ ਜ਼ਿਆਦਾ ਚੱਲਦੇ ਨੇ ਉਹਦਾ ਦਿਮਾਗ ਬੀਤੀ ਹੋਈ ਗੱਲਾਂ 'ਚ ਬਹੁਤ ਜ਼ਿਆਦਾ ਰਹਿੰਦਾ। ਤਿੰਨ ਇਮੋਸ਼ਨ ਸਾਡੇ ਫਿਊਚਰ ਦੀ ਸਟੇਟ ਆਫ ਮਾਈਂਡ ਨਾਲ ਜੁੜੇ ਹੋਏ ਨੇ। ਨਰਵਸਨੈਸ ਹੈ, ਫੀਅਰ ਹੈ, ਐਂਗਜ਼ਾਇਟੀ ਹੈ। ਜੇ ਫੀਅਰ ਹੈ, ਐਂਗਜ਼ਾਇਟੀ ਹੈ, ਨਰਵਸਨੈਸ ਹੈ, ਉਹ ਫਿਊਚਰ ਦੇ ਅੰਦਰ ਹੋਣ ਵਾਲੀ ਚੀਜ਼ਾਂ ਦੇ ਨਾਲ ਜੁੜੇ ਹੋਏ ਆ। ਮਤਲਬ ਡਰ ਤੇ ਤਣਾਅ ਦਾ ਸਿੱਧਾ ਸੰਬੰਧ ਹੈ। ਤੁਸੀਂ ਡਰ ਦੇਖੋ, ਜਦੋਂ ਸਾਡੇ ਸਕੂਲ ਕਾਲਜ ਅਸੀਂ ਪੜ੍ਹਦੇ ਸੀਗੇ, ਸਕੂਲ ਕਾਲਜ ਜਦੋਂ ਪੜ੍ਹਦੇ ਸਾਡਾ ਕੱਲ ਰਿਜ਼ਲਟ ਆਣਾ ਸੀ, ਉਸ ਇੱਕ ਰਾਤ ਪਹਿਲਾਂ ਕਿੱਦਾਂ ਹੁੰਦਾ ਸੀ? ਕੰਮਨਾ, ਫੀਅਰ, ਨਰਵਸਨੈਸ, ਬਿਕਾਜ਼ ਆਫ ਫਿਊਚਰ ਦੇ ਨਾਲ ਜੁੜਿਆ ਹੋਇਆ ਜੀ। ਜੇ ਅਸੀਂ ਮਨ ਨੂੰ ਪ੍ਰੈਜ਼ੈਂਟ ਮੋਮੈਂਟਸ ਲਿਆਉਣਾ ਸਿੱਖ ਲਈ, ਜੋ ਕਿ ਸਾਹ ਦੇ ਨਾਲ ਬੜਾ ਇੰਪੋਰਟੈਂਟ ਹੈ, ਫਿਰ ਬਹੁਤ ਹੱਦ ਤੱਕ ਅਸੀਂ ਆਪਣੇ ਮਨ ਦੇ ਉੱਪਰ ਕੰਟਰੋਲ ਕਰ ਸਕਦੇ ਹਾਂ ਔਰ ਗੁੱਸੇ ਦੇ ਉੱਪਰ ਡੈਫੀਨਿਟਲੀ ਕੰਟਰੋਲ ਕੀਤਾ ਜਾ ਸਕਦਾ। ਇੱਕ ਚੀਜ਼ ਤੁਸੀਂ ਜਿਸ ਤਰ੍ਹਾਂ ਗਿਲਟ ਦੀ ਗੱਲ ਕੀਤੀ ਹੈ, ਕਿਤੇ ਨਾ ਕਿਤੇ ਸਾਡੇ ਅੰਦਰ ਇੱਕ ਚੀਜ਼ ਜਿਹੜੀ ਨੇ ਭਾਵਨਾ ਬੜੀ ਕਰਕੇ ਰਹਿੰਦੀ ਹੈ ਕਿ ਦੁਨੀਆ ਕੀ ਕਹੇਗੀ, ਲੋਕ ਕੀ ਕਹਿਣਗੇ। ਇਹ ਚੀਜ਼ ਵੀ ਕਈ ਵਾਰੀ ਸਾਨੂੰ ਖੁਸ਼ ਹੋਣ ਨਹੀਂ ਦਿੰਦੀ। ਇਹਦੇ ਤੋਂ ਕਿਵੇਂ ਇਹ ਤਾਂ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗਾ। ਕਿਸੇ ਕੋ ਕੋਈ ਟਾਈਮ ਨਹੀਂ ਤੁਹਾਡੇ ਬਾਰੇ ਸੋਚਣ ਨੂੰ, ਉਹ ਤੁਹਾਡੇ ਕੋਲ ਹੀ ਟਾਈਮ ਹੈ। ਲੋਕੀ ਕੀ ਸੋਚ ਰਹੇ, ਕਿਸੇ ਕੋ ਕੋਈ ਟਾਈਮ ਨਹੀਂ ਸੋਚਣ ਨੂੰ। ਸਹੀ ਗੱਲ। ਅੱਜ ਕੱਲ ਇਸ ਦੁਨੀਆ ਦੇ ਅੰਦਰ ਹਰ ਬੰਦਾ ਆਪਣੀ ਪ੍ਰੋਬਲਮਸ ਦੇ ਅੰਦਰ, ਆਪਣੇ ਸੈਟ ਆਫ ਇਸ਼ੂਜ਼ ਦੇ ਅੰਦਰ ਇੰਨਾ ਬਿਜ਼ੀ ਹੈ, ਉਹਦੇ ਕੋਲ ਟਾਈਮ ਹੀ ਕਿੱਥੇ ਹੈ। ਔਰ ਅਸੀਂ ਇਹੀ ਬਬਲਗਮ ਲੈ ਕੇ ਚਿੰਗਮ ਸੋਚਦੇ ਰਹਿੰਦੇ ਹਾਂ ਦੁਨੀਆ ਭਰ ਦੇ ਅੰਦਰ ਕਿ ਮੇਰੇ ਬਾਰੇ ਲੋਕੀ ਕੀ ਸੋਚेंगे, ਔਰ ਉਹ ਵੀ ਸੋਚਦਾ ਪਿਆ ਬੰਦਾ ਕਿ ਮੇਰੇ ਬਾਰੇ ਦੁਨੀਆ ਕੀ ਸੋਚੇਗੀ। ਤਾਂ ਇਹ ਜਿਹੜੀ ਮਨਗਣਤ ਕਹਾਣੀ ਹੈ, ਤੁਸੀਂ ਜ਼ਿੰਦਗੀ ਆਪਣੀ ਲਈ ਜੀਣ ਆਇਓ, ਇਕੱਲੇ ਆਇਓ ਤੇ ਇਕੱਲੇ ਜਾਣਾ। ਉਹ ਸਭ ਚੀਜ਼ਾਂ ਕਰੋ ਜਿਹੜੀ ਤੁਹਾਨੂੰ ਵੀ ਖੁਸ਼ੀ ਦੇਣ ਔਰ ਜਿਹੜੀ ਆਸ-ਪਾਸ ਸੋਸਾਇਟੀ ਨੂੰ ਵੀ ਖੁਸ਼ੀ ਦੇਣ। ਜੀ ਬਿਲਕੁਲ। ਕਈ ਵਾਰੀ ਪਰਿਸਥਿਤੀਆਂ ਇਦਾਂ ਦੀਆਂ ਹੁੰਦੀਆਂ ਜਿਹਦੇ ਕਰਕੇ ਸਟ੍ਰੈਸ ਹੋ ਜਾਂਦਾ। ਸਟ੍ਰੈਸ ਤੋਂ ਬਾਅਦ ਜੇ ਅਸੀਂ ਆਪਣੇ ਆਪ ਨੂੰ ਹੋਰ ਖੁਸ਼ ਰੱਖਣ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਇੱਕ ਬਿਮਾਰੀ ਬਣ ਜਾਂਦੀ, ਡਿਪਰੈਸ਼ਨ ਤੱਕ ਪਹੁੰਚ ਜਾਂਦੇ ਆ। ਤੇ ਜੇ ਮੈਂ ਨੌਜਵਾਨਾਂ ਦੀ ਗੱਲ ਕਰਾਂ ਤਾਂ ਸੁਸਾਈਡ ਤੱਕ ਸੋਚਣ ਲੱਗ ਜਾਂਦੇ ਨੇ, ਆਤਮ ਹੱਤਿਆ ਬਾਰੇ, ਆਪਣੇ ਆਪ ਨੂੰ ਖਤਮ ਕਰਨ ਬਾਰੇ, ਜ਼ਿੰਦਗੀ ਕੁਝ ਨਹੀਂ ਹੈ, ਅਸੀਂ ਛੱਡ ਜਾਣਾ ਹੈ, ਮਤਲਬ ਇਦਾਂ ਦੀਆਂ ਗੱਲਾਂ ਸ਼ੁਰੂ ਕਰ ਦਿੰਦੇ ਨੇ। ਕਿਉਂ ਹੁੰਦਾ ਇਦਾਂ ਤੇ ਕਿੱਦਾਂ ਇਹਨੂੰ ਅਸੀਂ ਰੋਕ ਸਕਦੇ ਹਾਂ? ਮੈਂ ਨਾ 20 ਸਾਲ ਤੋਂ ਇਸੇ ਸਬਜੈਕਟ ਦੇ ਨਾਲ ਡੀਲ ਕਰ ਰਿਹਾ ਹਾਂ। ਮੈਂ ਕਾਫੀ ਹੱਦ ਤੱਕ ਕਾਫੀ ਸੁਸਾਈਡਸ ਬੱਚਿਆਂ ਨੂੰ ਹੈਲਪ ਲੋਕਾਂ ਨੂੰ ਕੀਤੀ, ਬਚਾਇਆ ਵੀ ਹੈ ਜੀ। ਸੁਸਾਈਡ ਸਭ ਤੋਂ ਪਹਿਲਾਂ ਪ੍ਰਾਇਮਰੀਲੀ ਨੰਬਰ 1 ਰੀਜ਼ਨ ਹੁੰਦਾ ਹੈ, ਬਾਡੀ ਸਿਸਟਮ ਦੇ ਅੰਦਰ એનર્ਜੀ ਘਟ ਜਾਂਦੀ ਹੈ। ਸਾਡੇ ਸਕ੍ਰਿਪਚਰਸ ਕਹਿੰਦੇ ਨੇ ਪ੍ਰਾਣ ਸ਼ਕਤੀ ਹੁੰਦੀ ਸਾਡੇ, ਕਹਿੰਦੇ ਨਾ ਬੰਦਾ ਮਰ ਗਿਆ ਪ੍ਰਾਣ ਸ਼ਕਤੀ ਚਲਾ ਗਿਆ ਤੇ ਪ੍ਰਾਣ ਨਿਕਲ ਗਏ। ਸਾਡੇ ਅੰਦਰ ਇੱਕ ਲਾਈਫ ਫੋਰਸ ਹੁੰਦੀ ਹੈ। ਉਹ ਲਾਈਫ ਫੋਰਸ ਜਦੋਂ ਵੱਧਦੀ ਹੈ ਤਾਂ ਅਸੀਂ ਖੁਸ਼ ਹੁੰਦੇ ਆ, ਔਰ ਲਾਈਫ ਫੋਰਸ ਘਟਦੀ ਹੈ ਤਾਂ ਅਸੀਂ ਦੁਖੀ ਹੁੰਦੇ ਆ। ਲਾਈਫ ਫੋਰਸ ਸੁਕੜਦੀ ਹੈ, ਦੁੱਖ ਦਾ ਅਨੁਭਵ ਹੁੰਦਾ। ਲਾਈਫ ਫੋਰਸ ਫੈਲਦੀ ਹੈ ਤਾਂ ਸੁੱਖ ਦਾ ਅਨੁਭਵ ਹੁੰਦਾ। ਦੈਟਸ ਵੈਰੀ ਇੰਪੋਰਟੈਂਟ। ਸਾਡਾ ਮਨ ਜਾਂ ਕੌਨਸ਼ੀਅਸਨੈਸ, ਕੁਝ ਵੀ ਸ਼ਬਦ ਹੋ, ਅੰਦਰ ਇੱਕ ਇਦਾਂ ਦੀ ਸ਼ਕਤੀ ਜਦੋਂ ਉਹ ਫੈਲਦੀ ਹੈ ਤਾਂ ਖੁਸ਼ੀ ਅਨੁਭਵ ਕਰਦੇ ਆ, ਉਹ ਸੁਕੜਦੀ ਹੈ ਤਾਂ ਦੁੱਖ ਦਾ ਅਨੁਭਵ ਕਰਦੇ ਆ।
ਔਰ ਉਹ ਪ੍ਰਾਣ ਸ਼ਕਤੀ ਨਾਲ ਕਨੈਕਟਡ ਹੁੰਦੀ ਹੈ। ਪ੍ਰਾਣ ਸ਼ਕਤੀ ਜਿੰਨੀ ਵੱਧਦੀ ਹੈ ਤੇ ਅਸੀਂ ਖੁਸ਼ੀ ਜ਼ਿਆਦਾ ਅਨੁਭਵ ਕਰਦੇ ਹਾਂ। ਇੱਕ ਹਿਊਮਨ ਬੀਇੰਗ 8 ਯੂਨਿਟ ਆਫ ਪ੍ਰਾਣ ਸ਼ਕਤੀ ਹੋਲਡ ਕਰ ਸਕਦਾ ਹੈ। ਅੱਛਾ ਜੀ। ਇਹ 8 ਤੋਂ ਜਿੰਨੀ ਘਟਦੀ, ਅਸੀਂ ਜਿਵੇਂ ਗੱਲਾਂ ਕਰ ਰਹੇ ਹਾਂ, ਕੋਈ ਕੰਮ ਕਰ ਰਹੇ ਹਾਂ, ਪੜ੍ਹਾਈ ਕਰ ਰਹੇ ਹਾਂ, ਪਿਕਚਰ ਦੇਖ ਰਹੇ ਹਾਂ, ਟੀਵੀ ਦੇਖ ਰਹੇ ਹਾਂ, ਖਰਚ ਹੁੰਦੀ ਹੈ ਜ਼ਿਆਦਾਤਰ। ਔਰ ਇਹ ਜਦੋਂ ਖਰਚ ਹੁੰਦੀ ਇੱਕ ਤੋਂ ਥੱਲੇ ਆ ਜਾਂਦੀ ਤੇ ਸੁਸਾਈਡਲ ਥਾਟਸ ਆਉਣ ਲੱਗ ਜਾਂਦੇ। ਇੱਕ ਤੇ ਸੁਸਾਈਡਲ ਥਾਟਸ ਆਉਂਦੇ, ਇੱਕ ਤੋਂ ਥੱਲੇ ਚਲੀ ਜਾਂਦੀ, ਸੁਸਾਈਡ ਕਰਕੇ ਮਰ ਜਾਂਦਾ ਬੰਦਾ। ਅੱਛਾ ਜੀ। ਇਹਦਾ ਦੁਨੀਆ ਦੇ ਸਰਕਮਸਟੈਂਸਸ ਇੱਕ ਸਬਜੈਕਟ ਹੈ, ਲੇਕਿਨ ਪ੍ਰਾਇਮਰੀਲੀ ਰੀਜ਼ਨ ਹੈ ਕਿ એનર્ਜੀ ਸਿਸਟਮ ਸਾਡੇ ਬੜੇ ਘਟ ਜਾਂਦੇ। ਅੱਛਾ। ਥਰੂ ਪ੍ਰਾਣਾਯਾਮ, ਸੁਦਰਸ਼ਨ ਕਿਰਿਆ, ਮੈਡੀਟੇਸ਼ਨ ਦੇ ਅੰਦਰ ਅਸੀਂ ਇਹ ਪ੍ਰਾਣ ਸ਼ਕਤੀ ਨੂੰ ਵਧਾਉਂਦੇ ਹਾਂ। ਤੁਸੀਂ ਦੇਖੋ, ਤੁਸੀਂ ਮੰਦਿਰ, ਗੁਰਦੁਆਰੇ, ਮਸਜਿਦ ਜਾਂਦੇ ਹੋ, ਕਿੰਨਾ ਅੱਛਾ ਲੱਗਦਾ ਹੈ। ਸਹੀ ਗੱਲ ਹੈ। ਕਿਉਂਕਿ ਪ੍ਰਾਣ ਸ਼ਕਤੀ ਬੜੀ ਹਾਈ ਹੈ। ਪਾਣੀ ਦੇ ਕਿਨਾਰੇ ਕਿਉਂ ਲੋਕੀ ਬੀਚ ਪਾਰਟੀਜ਼ ਕਰਦੇ ਹੋ? ਕਿਉਂਕਿ ਪਾਣੀ ਦੇ ਅੰਦਰ ਬਹੁਤ ਵੱਡੀ ਪ੍ਰਾਣ ਸ਼ਕਤੀ। ਨਹਾ ਕੇ ਕਿਉਂ ਅੱਛਾ ਲੱਗਦਾ? ਕਿਉਂਕਿ ਪ੍ਰਾਣ ਸ਼ਕਤੀ ਵੱਧ ਜਾਂਦੀ ਹੈ। ਤੇ ਜੇ ਪ੍ਰਾਣ ਸ਼ਕਤੀ ਨੂੰ ਇਨਕਰੀਜ਼ ਕਰ ਲਈਏ ਤਾਂ ਅਸੀਂ ਕਾਫੀ ਹੱਦ ਤੱਕ ਸਟੇਟ ਆਫ ਮਾਈਂਡ ਚੇਂਜ ਕਰ ਸਕਦੇ ਹਾਂ। ਅਸੀਂ ਦੇਖੋ ਦੁਨੀਆ ਚੇਂਜ ਨਹੀਂ ਕਰ ਸਕਦੇ, ਅਸੀਂ ਆਪ ਦੀ ਦੁਨੀਆ ਜ਼ਰੂਰ ਚੇਂਜ ਕਰ ਸਕਦੇ ਹਾਂ। ਕੀ ਬਾਤ ਹੈ। ਇੱਕ ਛੋਟੀ ਸੀ ਕਹਾਣੀ ਐਗਜ਼ਾਮਪਲ ਮੈਨੂੰ ਯਾਦ ਆਉਂਦੀ ਹੈ। ਇੱਕ ਛੋਟਾ ਗੁਬਾਰੇ ਫਲਾਣ ਵਾਲਾ ਬੰਦਾ ਗੁਬਾਰੇ ਵੇਚਦਾ ਹੁੰਦਾ। ਗੁਬਾਰੇ ਫਲਾਣ ਵਾਲੇ ਗੈਸੀ ਗੁਬਾਰੇ ਨਹੀਂ ਹੁੰਦੇ ਸੀ ਛੋਟੇ ਹੁੰਦੇ, ਅੱਜ ਕੱਲ ਤਾਂ ਦਿਖਦੇ ਨਹੀਂ। ਉਹ ਗੁਬਾਰੇ ਵਾਲੇ ਨੇ ਇੱਕ ਸਟ੍ਰੈਟਜੀ ਬਣਾਈ ਹੁੰਦੀ, ਜਦੋਂ ਉਹਦੀ ਸੇਲ ਘਟਦੀ ਹੈ ਤਾਂ ਗੁਬਾਰਾ ਉੱਪਰ ਉਡਾਉਂਦਾ, ਲੋਕ ਪਿੰਡ ਦੇ ਲੋਕ ਦੇਖਦੇ ਆ ਗੁਬਾਰੇ ਉੱਡਦੇ ਪਏ ਗੁਬਾਰੇ ਉੱਡਦੇ ਪਏ, ਔਰ ਉਹ ਦੇਖ ਕੇ ਫਿਰ ਖਰੀਦਣ ਆ ਜਾਂਦੇ। ਐਦਾਂ ਇੱਕ ਲੜਕਾ ਛੋਟਾ ਜਿਹਾ ਬੇਟਾ ਆਉਂਦਾ, ਉਹ ਕਹਿੰਦਾ, ਉਹ ਦੇਖਦਾ ਰਹਿੰਦਾ ਇਹ ਗੁਬਾਰਾ ਉਡਾ, ਉਹ ਕਹਿੰਦਾ ਅੰਕਲ ਇਹ ਕਾਲਾ ਗੁਬਾਰਾ ਵੀ ਉੱਡ ਜਾਏਗਾ? ਕਹਿੰਦਾ ਬੇਟਾ ਰੰਗ ਰੂਪ ਦੇ ਨਾਲ ਨਹੀਂ ਫਰਕ ਪੈਂਦਾ, ਉਹਦੇ ਅੰਦਰ ਕੀ ਚੀਜ਼ ਹੈ ਉਹ ਮੈਟਰ ਕਰਦੀ ਹੈ। ਵਾਹ। ਸਾਡੇ ਅੰਦਰ ਦੀ ਦੁਨੀਆ ਕਿੰਨੀ ਮਸਤ ਹੈ, ਅੰਦਰ ਦੀ ਦੁਨੀਆ ਕਿੰਨੀ ਸ਼ਾਂਤ ਹੈ, ਉਹਦਾ ਰੌਲਾ ਪਾਉਣ ਦੀ ਲੋੜ ਨਹੀਂ ਦੁਨੀਆ ਨੂੰ, ਉਹ ਪਤਾ ਲੱਗ ਜਾਂਦਾ ਹੈ। ਕੀ ਬਾਤ। ਅਸੀਂ ਜਿਹੜਾ ਸਾਰਾ ਫੋਕਸ ਲੋਕਾਂ ਨੂੰ ਖੁਸ਼ ਕਰਨ ਤੇ ਲਾਇਆ ਹੋਇਆ ਹੈ, ਉਹ ਆਰਟੀਫੀਸ਼ੀਅਲ ਲਾਈਫ ਜੀਂਦੇ ਆ, ਉਹ ਫੋਕਸ ਹਟਾ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਦੇਖੀਏ ਕਿ ਪਹਿਲਾਂ ਆਪਣੇ ਆਪ ਨੂੰ ਠੀਕ ਕਰ ਲਾ, ਤਾਂ ਦੈਨ ਥਿੰਗਸ ਵਿਲ ਵਰਕ ਇਟ ਆਊਟ। ਬਹੁਤ ਖੂਬਸੂਰਤ ਗੱਲ ਦੱਸੀ ਤੁਸੀਂ। ਔਰ ਤੁਹਾਡੇ ਹੀ ਜਿਹੜੇ ਉਦਾਹਰਨ ਗੁਬਾਰੇ ਵਾਲੀ ਤਾਂ ਖਾਸ ਕਰਕੇ, ਕਿਉਂਕਿ ਜਿਵੇਂ ਉਹਨੇ ਕਿਹਾ ਕਿ ਕਾਲਾ ਰੰਗ ਹੈ ਜਾਂ ਕੋਈ ਵੀ ਰੰਗ ਹੈ, ਵੀ ਰੰਗ ਮੈਟਰ ਨਹੀਂ ਕਰ ਰਿਹਾ, ਉਹਦੇ ਉੱਪਰਲਾ ਢਾਂਚਾ ਮੈਟਰ ਨਹੀਂ ਕਰ ਰਿਹਾ, ਉਹਦੇ ਅੰਦਰ ਕੀ ਹੈ, ਮਹੱਤਵ ਇਸ ਚੀਜ਼ ਦਾ ਹੈ। ਅੱਛਾ, ਗੁਬਾਰਿਆਂ ਤੋਂ ਮੈਨੂੰ ਇੱਕ ਗੱਲ ਯਾਦ ਆ ਗਈ। ਕਈ ਵਾਰੀ ਅਸੀਂ ਦੇਖਦੇ ਹਾਂ ਕਿ ਪਰਿਸਥਿਤੀ ਜਿਹੜੀ ਹੁੰਦੀ ਹੈ ਵੱਖੋ ਵੱਖਰੀ ਹੁੰਦੀ ਹੈ। ਉਦਾਹਰਨ ਲੈ ਲੈਂਦੇ ਹਾਂ ਕਿ ਇੱਕ ਬੱਚਾ ਗੁਬਾਰੇ ਵੇਚ ਰਿਹਾ ਔਰ ਇੱਕ ਬੱਚਾ ਖਰੀਦਣਾ ਚਾਹ ਰਿਹਾ। ਖੁਸ਼ੀ ਡਿਪੈਂਡ ਕਰਦੀ ਹੈ ਹਰ ਇੱਕ ਦੀ ਪਰਿਸਥਿਤੀ ਤੇ। ਇੱਕ ਬੱਚਾ ਉਹ ਗੁਬਾਰੇ ਲੈ ਕੇ ਖੁਸ਼ ਹੋ ਰਿਹਾ ਤੇ ਇੱਕ ਉਹ ਵੇਚ ਕੇ ਖੁਸ਼ ਹੋਏਗਾ। ਜੇ ਨਹੀਂ ਵਿਕੇਗਾ ਤਾਂ ਉਹਨੂੰ ਪਰੇਸ਼ਾਨੀ ਹੋਏਗੀ ਕਿ ਮੇਰੀ ਚੀਜ਼ ਵਿਕੀ ਨਹੀਂ। ਸੋ ਦੋਨਾਂ ਦੀਆਂ ਪਰਿਸਥਿਤੀਆਂ ਵੱਖਰੀਆਂ ਨੇ। ਪਰਿਸਥਿਤੀਆਂ ਦੇ ਹਿਸਾਬ ਨਾਲ ਖੁਸ਼ੀ ਨੂੰ ਕਿਸ ਤਰ੍ਹਾਂ ਸਮਝਦੇ ਹੋ ਤੁਸੀਂ? ਪਰਿਸਥਿਤੀਆਂ ਦੇਖੋ ਰੋਜ਼ ਚੇਂਜ ਹੋਣਗੀਆਂ। ਤੁਸੀਂ ਪਰਿਸਥਿਤੀ ਨੂੰ ਕੰਟਰੋਲ ਨਹੀਂ ਕਰ ਸਕਦੇ, ਬਾਹਰਲੇ ਚੀਜ਼ਾਂ ਨੂੰ ਕੋਈ ਕੰਟਰੋਲ ਨਹੀਂ ਕਰ ਸਕਦੇ, ਲੇਕਿਨ ਆਪਣੇ ਜਿੱਥੇ ਤੱਕ ਆਪਣਾ ਕੰਟਰੋਲ ਚੱਲਦਾ ਆਪਣੇ ਮਨ ਦੇ ਉੱਪਰ ਹੀ ਹੈ, ਆਪਣੇ ਫੀਲਿੰਗਸ ਦੇ ਉੱਪਰ ਹੀ। ਅਸੀਂ ਕੀ ਸੋਚਣਾ ਚਾਹੁੰਦੇ ਹਾਂ ਉਸ ਤੱਕ ਅਸੀਂ ਜੇ ਸੋਚ ਸਕੇ, ਔਰ ਸੋਚ ਲਈ ਸਭ ਤੋਂ ਇੰਪੋਰਟੈਂਟ ਫੈਕਟ ਆਫ ਦ ਮੈਟਰ ਅਸੀਂ ਸੋਚੀਏ ਕਿ ਸਾਡੇ ਨਾਲ ਰੱਬ ਹੈ। ਇੱਕ ਐਦਾਂ ਦੀ ਸ਼ਕਤੀ ਹੈ ਜਿਹੜੀ ਮੇਰੇ ਨਾਲ ਸੀਗੀ, ਜਿਹੜੀ ਮੇਰੇ ਨਾਲ ਹੈ, ਜਿਹੜੀ ਮੇਰੇ ਨਾਲ ਰਹੇਗੀ, ਮੇਰਾ ਖਿਆਲ ਰੱਖੇਗੀ। ਜਦੋਂ ਰੱਬੀ ਸ਼ਕਤੀਆਂ ਤੇ ਵਿਸ਼ਵਾਸ ਵੱਧਦਾ, ਬੰਦਾ ਆਪੇ ਹੀ ਖੁਸ਼ ਹੋ ਜਾਂਦਾ ਕਿ ਮੈਂ ਇਕੱਲਾ ਨਹੀਂ ਹਾਂ, ਮੇਰੇ ਨਾਲ ਕੋਈ ਤਾਕਤ ਹੈ ਦੁਨੀਆ ਦੀ, ਔਰ ਉਹ ਤਾਕਤ ਜਨਮਾਂ ਤੋਂ ਮੇਰੇ ਨਾਲ ਹੈ, ਜਨਮਾਂ ਤੱਕ ਮੇਰੇ ਨਾਲ ਰਹਿਣੀ ਹੈ। ਜੀ ਤੇ ਇੱਕ ਸਵੇ ਦੀ ਮੈਂ ਇੱਥੇ ਗੱਲ ਕਰੂੰਗੀ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਪੁੱਛਿਆ ਗਿਆ ਕਿ ਤੁਸੀਂ ਕਦੋਂ ਖੁਸ਼ ਹੋਵੋਗੇ, ਕੀ ਚੀਜ਼ ਮਿਲੇਗੀ ਜੋ ਤੁਹਾਨੂੰ ਖੁਸ਼ੀ ਦੇਗੀ, ਤੇ ਜਿਹੜੇ 90% ਲੋਕਾਂ ਨੇ ਉੱਥੇ ਪੈਸੇ ਦਾ ਜ਼ਿਕਰ ਕੀਤਾ ਕਿ ਜੇ ਸਾਡੇ ਕੋਲ ਬਹੁਤ ਸਾਰਾ ਪੈਸਾ ਆ ਜਾਏਗਾ ਤੇ ਅਸੀਂ ਖੁਸ਼ ਹੋ ਜਾਵਾਂਗੇ। ਕਿ ਵਾਕਈ ਜਿਹੜੀ ਖੁਸ਼ੀ ਹੈ ਉਹ ਪੈਸੇ ਤੱਕ ਸੀਮਿਤ ਹੈ? ਪੈਸਾ ਇੱਕ ਫੈਕਟਰ ਹੈ, ਪੈਸਾ ਪੈਟਰੋਲ ਦੀ ਤਰ੍ਹਾਂ ਹੈ, ਪੈਸਾ ਮੰਜ਼ਿਲ ਨਹੀਂ ਹੈ। ਪੈਸਾ ਤੁਹਾਨੂੰ ਉੱਥੇ ਲੈ ਕੇ ਜਾ ਸਕਦਾ, ਲੇਕਿਨ ਪੈਸਾ ਹੀ ਐਂਡ ਨਹੀਂ ਹੈ। ਬੜਾ ਅੱਛਾ ਕਹਾਵਤ ਸਾਡੇ ਸੰਤ ਮਹਾਤਮਾ ਦਿੰਦੇ, ਉਹ ਕਹਿੰਦੇ ਨਾਰਾਇਣ ਕੇ ਪਿੱਛੇ ਜਾਓ ਲక్ష్ਮੀ ਆਪਣੇ ਆਪ ਆ ਜਾਏਗੀ। ਸਹੀ ਗੱਲ। ਪਰ ਨਾਰਾਇਣ ਮਨੇ ਰੱਬ ਦੇ ਪਿੱਛੇ ਜਾਓ ਲక్ష్ਮੀ ਆਪੇ ਆ ਜਾਂਦੀ ਹੈ। ਪੈਸਾ, ਹੁਣ ਮੈਨੂੰ ਪੈਟਰੋਲ ਚਾਹੀਦਾ ਸੀ ਲੁਧਿਆਣੇ ਤੋਂ ਇੱਥੇ ਆਉਣ ਲਈ, ਲੇਕਿਨ ਸਿਰਫ ਪੈਟਰੋਲ ਹੀ ਮੇਰੀ ਮੰਜ਼ਿਲ ਇੱਥੇ ਤੱਕ ਜਲੰਧਰ ਦੂਰਦਰਸ਼ਨ ਦਾ ਆਫਿਸ ਨਹੀਂ ਹੈ। ਉਹ ਇੱਕ ਮੀਨਸ ਹੈ, ਮਤਲਬ ਇੱਕ ਰਾਸਤਾ ਹੈ, ਸਾਧਨ ਹੈ। ਦੈਟਸ ਆਲ। ਔਰ 24 ਘੰਟੇ ਤੁਸੀਂ ਇੱਕ ਸਬਜੈਕਟ ਦੇ ਨਾਲ ਨਹੀਂ ਰਹਿ ਸਕਦੇ। ਪੈਸਾ ਉਹਦੀ ਇੱਕ ਅਹਿਮੀਅਤ ਉਹ ਨਹੀਂ ਰੱਖੋ, ਪਲੱਸ ਉਹਦੇ ਨਾਲ ਰਿਸ਼ਤੇ ਵੀ ਹੈ। ਜਿਵੇਂ ਅੱਜ ਕੱਲ੍ਹ ਜਿਵੇਂ ਮੈਂ ਦੇਖਦਾ ਘਰਾਂ 'ਚ ਮੈਂ ਜਾਣਾ, ਜਿਹੜੀ ਘਰਾਂ ਦੇ ਅੰਦਰ ਲੋਕਾਂ ਦੀ ਡਿਸਕਸ਼ਨਸ ਕਿਹੜੀਆਂ ਹੁੰਦੀਆਂ, ਪੇਮੈਂਟਾਂ ਦੀ, ਆਰਟੀਫੀਸ਼ੀਅਲ ਲਾਈਫ। ਕਦੇ ਅਸੀਂ ਆਪਣੀ ਫੈਮਿਲੀ 'ਚ ਬੈਠ ਕੇ ਡਿਸਕਸ਼ਨ ਨਹੀਂ ਕੀਤਾ ਸੱਚਾਈ ਕੀ ਹੈ, ਟਰੂਥ ਕੀ ਹੈ, ਨੈਚੁਰਲਨੈਸ ਕੀ ਹੈ, ਲੋਕਾਂ ਲਈ ਸੇਵਾ ਕਿੱਦਾਂ ਕਰੀਏ। ਜਦ ਤੱਕ ਅਸੀਂ ਸੇਵਾ ਕਿਸੇ ਲਈ ਕੰਮ ਆਵਾਂਗੇ ਨਹੀਂ, ਲੋਕ ਸਾਡੇ ਕੰਮ ਆਉਣਗੇ। ਕੀ ਬਾਤ ਹੈ। ਵਾਹ। ਸੇਵਾ ਇੱਕ ਮਨੁੱਖ ਦਾ ਬੜਾ ਇਨਬੋਰਨ ਇੱਕ ਸਾਡਾ ਲਾਈਫ ਦਾ ਪਾਰਟ ਹੋਣਾ ਚਾਹੀਦਾ। ਮੈਨੂੰ ਤਾਂ ਲੱਗਦਾ ਜਿਹੜੇ ਸਕੂਲ ਕਾਲਜ ਸਿਖਾਉਣਾ ਚਾਹੀਦਾ, ਲੋਕਾਂ ਦੇ ਕੰਮ ਆਉਣਾ ਚਾਹੀਦਾ। ਦੁਨੀਆ ਨੇ ਮੇਰੇ ਲਈ ਕੀ ਕੀਤਾ, ਇਹ ਡਿਪਰੈਸ਼ਨ। ਮੈਂ ਦੁਨੀਆ ਲਈ ਕੀ ਕਰ ਸਕਦਾ, ਡਿਪਰੈਸ਼ਨ ਤੋਂ ਬਾਹਰ ਆਉਣ ਦੀ ਕਲਾ। ਵਾਹ। ਅੱਛਾ, ਸੇਵਾ ਦੀ ਤੁਸੀਂ ਗੱਲ ਕਰ ਰਹੇ ਹੋ, ਸੋਸ਼ਲ ਲਾਈਫ, ਕਿਉਂਕਿ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਬਹੁਤ ਅੱਛੇ ਭਲਾਈ ਦੇ ਕੰਮ ਕਰਦੇ ਹੋ, ਉਹਦੇ ਨਾਲ ਖੁਸ਼ੀ ਮਿਲਦੀ ਹੈ। ਮੈਂ ਦੁਨੀਆ ਲਈ ਕੀ ਕੀਤਾ, ਇਹ ਬੜੀ ਅੱਛੀ ਤੁਸੀਂ ਗੱਲ ਕੀਤੀ ਹੈ। ਇਹਦੇ ਵਿੱਚ ਅਸੀਂ ਕੀ ਐਸੇ ਤਰੀਕੇ ਕਰ ਸਕਦੇ ਜਿਹਦੇ ਨਾਲ ਸਾਨੂੰ ਖੁਸ਼ੀ ਮਿਲੇ? ਖੁਸ਼ੀ ਮਿਲਣੀ ਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਕਿਸੇ ਵੀ ਸੇਵਾ ਸੋਚਣਾ ਨਹੀਂ ਪੈਂਦਾ। ਸੇਵਾ ਇੱਕ ਰੈਡੀਨੈਸ ਹੈ ਕਿ ਮੈਂ ਦੁਨੀਆ ਦੇ ਕੰਮ ਆਉਣਾ ਚਾਹੁੰਦਾ। ਬਸ ਇੱਕ ਥਾਟ ਹੀ ਤੁਹਾਨੂੰ ਕੋਈ ਕੰਮ ਕਰਾ ਦੇਗਾ। ਅੱਛਾ ਜੀ। ਕਦੀ ਕਦਾਰ ਕੀ ਹੁੰਦਾ, ਤੁਹਾਨੂੰ ਮੰਜ਼ਿਲ ਦਾ ਨਹੀਂ ਪਤਾ ਹੁੰਦਾ, ਲੇਕਿਨ ਤੁਹਾਨੂੰ ਇਹ ਪਤਾ ਹੁੰਦਾ ਮੈਂ ਜਾਣਾ ਕਿੱਥੇ। ਜੀ। ਉਹ ਮਨ ਦੇ ਅੰਦਰ ਥਾਟ ਹੀ ਬੜਾ ਹੈ
ਕਿ ਮੈਂ ਇਹ ਕਰਨਾ ਚਾਹਨਾ, ਕਿੱਦਾਂ ਕਰਨਾ ਚਾਹਨਾ, ਕੁਦਰਤ ਦੱਸ ਦਿੰਦੀ ਕੁਦਰਤ ਆਪੇ ਇਸਤੇਮਾਲ ਕਰ ਲੇਗੀ ਤੁਹਾਨੂੰ। ਜੀ ਔਰ ਪਰਿਸਥਿਤੀ ਦੀ ਗੱਲ ਜਿਸ ਤਰ੍ਹਾਂ ਤੁਸੀਂ ਪਿੱਛੇ ਕੀਤੀ ਸੀ, ਉਹਦੇ 'ਚ ਇੱਕ ਚੀਜ਼ ਆ ਜਾਂਦੀ ਸੁਮਿਤ ਜੀ ਕਿ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਮੈਨੂੰ ਖੁਸ਼ ਹੋਣ ਦਾ ਅਧਿਕਾਰ ਹੈ, ਮੈਂ ਖੁਸ਼ ਹਾਂ, ਪਰ ਦੂਸਰੇ ਦੀ ਪਰਿਸਥਿਤੀ ਉਸ ਤਰ੍ਹਾਂ ਦੀ ਨਹੀਂ ਹੈ। ਹੁਣ ਅਸੀਂ ਕਹਿ ਦਿੰਦੇ ਨੇ ਖੁਸ਼ ਰਹੋ ਜੀ, ਖੁਸ਼ ਰਹਿਣਾ ਚਾਹੀਦਾ, ਹੋਰ ਖੁਸ਼ ਰਹੋ। ਅੱਛਾ, ਹੋਰ ਖੁਸ਼ ਰਹੋ, ਕਿਵੇਂ ਖੁਸ਼ ਰਹੀਏ? ਹੋਰ ਖੁਸ਼ ਰਹੋ ਵੀ ਅਗਲਾ ਬੰਦਾ ਪਰੇਸ਼ਾਨੀ 'ਚ ਬੈਠਾ ਹੈ, ਉਹਨੂੰ ਪਤਾ ਨਹੀਂ ਉਹਨੂੰ ਕੋਈ ਪ੍ਰੋਬਲਮ ਹੈ, ਬਿਮਾਰੀ ਹੈ, ਜਾਂ ਉਹਦੇ ਘਰ ਦੇ ਵਿੱਚ ਕੋਈ ਦੁਖਾਂਤ ਵਰਤਿਆ ਹੈ ਨਾ, ਕੋਈ ਟ੍ਰੈਜਡੀ ਹੋ ਗਈ ਹੈ। ਉਸ ਵੇਲੇ ਅਸੀਂ ਸਿਰਫ ਆਪਣੀ ਖੁਸ਼ੀ ਸੋਚਦੇ ਹਾਂ, ਉਦੋਂ ਇਸ ਚੀਜ਼ ਨੂੰ ਕਿਸ ਤਰ੍ਹਾਂ ਹੈਂਡਲ ਕਰਦੇ? ਖੁਸ਼ ਰਹਿਣਾ ਔਰ ਖੁਸ਼ੀ ਦਿਖਾਣਾ ਬੜਾ ਫਰਕ ਹੁੰਦਾ ਹੈ। ਜੀ ਤੁਸੀਂ ਅੰਦਰੋਂ ਖੁਸ਼ ਰਹਿ ਕੇ ਸ਼ਾਂਤ ਵੀ ਰਹਿ ਸਕਦੇ ਹੋ। ਜਿਵੇਂ ਕਿਸੇ ਦੇ ਕੋਈ ਟ੍ਰੈਜੇਡੀ ਹੁੰਦੀ ਹੈ ਨਾ, ਦੇਖਣਾ ਕਿਸੇ ਦੇ ਘਰ ਕੋਈ ਟ੍ਰੈਜੇਡੀ ਹੋ ਗਈ, ਜ਼ਰੂਰੀ ਨਹੀਂ ਤੁਸੀਂ ਉਹਨੂੰ ਸਾਂਤਵਨਾ ਦੋ ਸ਼ਬਦ ਬੋਲੋ, ਤੁਸੀਂ ਜਾ ਕੇ ਬਹਿ ਜਾਓ, ਤੁਹਾਡੀ ਪ੍ਰੈਜ਼ੈਂਸ 'ਚ ਉਹਨੂੰ ਅੱਛਾ ਲੱਗੇਗਾ। ਜ਼ਰੂਰੀ ਨਹੀਂ ਹੁੰਦਾ ਹਰ ਬੰਦਾ ਹਮੇਸ਼ਾ ਸੋਲੂਸ਼ਨ ਚਾਹੁੰਦਾ, ਅਗਲਾ ਕਹਿੰਦਾ ਵੀ ਸ਼ਾਂਤ ਹੋ ਜਾ, ਮੈਂ ਤੁਹਾਡੀ ਪ੍ਰੈਜ਼ੈਂਸ ਨੂੰ ਇੰਜੋਏ ਕਰਨਾ ਚਾਹੁੰਦਾ। ਜੀ ਹੁਣ ਦੇਖੋ ਜਿੰਨੇ ਵੱਡੇ ਵੱਡੇ ਸੰਤ ਹੁੰਦੇ ਸੀ, ਉਹਨਾਂ ਦੀ ਕੰਪਨੀ 'ਚ ਕਿਉਂ ਜਾਣਾ, ਦੋ ਸ਼ਬਦ ਬੋਲਣਗੇ, ਲੇਕਿਨ ਉਹਨਾਂ ਦੀ ਪ੍ਰੈਜ਼ੈਂਸ ਬੜੀ ਅੱਛੀ ਲੱਗਦੀ ਹੈ। ਸਹੀ ਗੱਲ ਹੈ। ਤੇ ਪ੍ਰੈਜ਼ੈਂਸ ਕਿੱਦਾਂ ਸੁਧਾਰਨੀ, ਉਹ ਪ੍ਰਾਣਾਯਾਮ, ਸੁਦਰਸ਼ਨ ਕਿਰਿਆ ਧਿਆਨ ਦੇ ਨਾਲ। ਬਿਲਕੁਲ ਜਿੱਦਾਂ ਤੁਸੀਂ ਦੱਸਿਆ ਕਿ ਖੁਸ਼ ਰਹਿਣ ਲਈ ਯੋਗ, ਮੈਡੀਟੇਸ਼ਨ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਹੋਰ ਅਸੀਂ ਕੀ ਕਰ ਸਕਦੇ ਹਾਂ? ਕਿਤਾਬਾਂ ਪੜ੍ਹੋ ਅੱਛੀਆਂ ਜੀ, ਆਪਣੇ ਮਨ ਨੂੰ ਨੈਗੇਟਿਵਿਟੀ ਜਿਹੜੀ ਚਲਦੀ ਰਹਿੰਦੀ ਸਾਰਾ ਦਿਨ, ਉਹ ਤੋਂ ਥੋੜਾ ਮੈਂ ਯੂਜੂਅਲੀ ਇੱਕ ਰੂਟੀਨ ਫੋਲੋ ਕਰਦਾ। ਮੈਂ ਰਾਤੀ ਸੌਣ ਲੱਗਿਆ ਨਾ 10 ਪੇਜ ਪੜ੍ਹ ਕੇ ਸੋਣਾ। ਅੱਛਾ ਜੀ। एनी बुक, चाहे वो स्पिरिचुअल है, चाहे नॉन स्पिरिचुअल है, चाहे वो बिजनेस रिलेटेड है, रीडिंग इज अ वेरी गुड हैबिट। ਜਿਹਦੇ ਕਿਤਾਬਾਂ ਅੱਛੀਆਂ ਦੋਸਤ ਬਣ ਜਾਂਦੇ, ਉਹਨੂੰ ਦੋਸਤੀ ਦੀ ਲੋੜ ਨਹੀਂ ਹੁੰਦੀ, ਉਹਦਾ ਬੁਰਾ ਟਾਈਮ ਨਹੀਂ ਆਉਂਦਾ ਜੀ। ਇੱਕ ਕਹਾਵਤਾਂ ਬਣੀਆਂ ਐਵੇਂ ਪੁਰਾਣੀਆਂ ਨਹੀਂ ਬਣੀਆਂ। ਕਿਤਾਬਾਂ ਪੜ੍ਹੋ, ਮੰਦਿਰ ਗੁਰਦੁਆਰੇ ਜਾਓ, ਸੇਵਾ ਕਰੋ, ਲੋਕਾਂ ਦੇ ਕੰਮ ਆਓ। ਬਹੁਤ ਸਾਰੇ ਤਰੀਕੇ, ਬਲੱਡ ਡੋਨੇਸ਼ਨ ਕੈਂਪ ਹੈ, ਕਿਸੇ ਗਰੀਬਾਂ ਨੂੰ ਖਾਣਾ ਦੇ ਸਕਦੇ ਹੋ। ਜਿਵੇਂ ਪਿਛਲੇ ਸਾਲ ਕੋਵਿਡ ਆਇਆ ਸੀ ਤੇ ਮੈਂ ਘਰ ਬੈਠਾ, ਮੈਂ ਸੋਚਿਆ ਮੈਂ ਕੀ ਕਰ ਸਕਦਾ ਗਰੀਬਾਂ ਲਈ, ਤਾਂ ਮੈਂ ਡਿਸਾਈਡ ਕੀਤਾ ਇੱਕ ਫੈਮਿਲੀ ਤੋਂ 5 ਲੋਕਾਂ ਦਾ ਖਾਣਾ ਲੈ ਕੇ ਜਾਣਾ ਹੈ। ਤਾਂ ਮੈਂ ਆਪਣੇ ਮਹੱਲੇ ਦੇ ਅੰਦਰ 100 ਫੈਮਿਲੀਜ਼ ਨੂੰ ਜੋੜ ਲਿਆ। ਉਹਨਾਂ ਨੂੰ ਕਿਹਾ ਕਿ ਦਿਨ 'ਚ ਤੁਸੀਂ 5 ਦਾ ਖਾਣਾ ਮਿਨੀਮਮ ਬਣਾ ਕੇ ਦਿਓ, 2-2 ਪਰੌਂਠੀਆਂ, 3-3 ਪਰੌਂਠੀਆਂ ਪੈਕ ਕਰਕੇ ਦਿਓ, ਜੋ ਤੁਸੀਂ ਮਿਨੀਮਮ ਕਰ ਸਕਦੇ ਹੋ। ਸਾਰਾ ਮਹੱਲਾ ਜੁੜ ਗਿਆ ਸੀ। ਅੱਛਾ ਜੀ। ਅਸੀਂ ਜੁੜ ਕੇ ਰੋਜ਼ ਖਾਣਾ ਸਰਵ ਕਰਨ। ਟਾਈਮ ਹੀ ਕਿੱਥੇ ਸੀ ਸੋਚਣ ਦਾ ਕੋਵਿਡ ਬਾਰੇ। ਵਾਹ, ਕੀ ਬਾਤ ਹੈ। ਜਿਹਦੇ ਕੋਲ ਟਾਈਮ ਆਪਣੇ ਬਾਰੇ ਸੋਚਣ ਦਾ ਹੁੰਦਾ, ਉਹੀ ਡਿਪਰੈਸ਼ਨ 'ਚ ਜਾਂਦਾ, ਮੇਰਾ ਕੀ ਹੋਊਗਾ, ਮੈਨੂੰ ਰੱਬ ਮੇਰਾ ਕੌਣ ਖਿਆਲ ਰੱਖੇਗਾ। ਇੱਕ ਫੈਕਟ ਆਫ ਦਾ ਮੈਟਰ ਹੈ ਕਿ ਤੁਹਾਨੂੰ ਰੱਬ ਬਹੁਤ ਮੁਹੱਬਤ ਕਰਦਾ ਹੈ, ਤੁਹਾਡੇ ਵਿੱਚ ਵੀ ਅੰਦਰ ਹੈ, ਬਾਹਰ ਵੀ ਹੋਈ ਹੈ। ਜੇ ਨਾ ਹੁੰਦਾ ਤਾਂ ਤੁਸੀਂ ਵਸਦੇ ਨਾ ਹੁੰਦੇ ਇੱਥੇ। ਉਹ ਸ਼ਕਤੀ ਨੂੰ ਪਤਾ ਕਿਸ ਟਾਈਮ ਤੇ ਕਿਹੜਾ ਚੀਜ਼ਾਂ ਦੇ ਦੇਣੀ, ਕਦ ਦੀ ਕਿਦਾਂ ਟਫ ਸਿਚੁਏਸ਼ਨ, ਟਫ ਇੰਜੈਕਸ਼ਨ ਮਿਲਦੇ ਤਾਂ ਕਿ ਆਉਣ ਵਾਲਾ ਟਾਈਮ ਅੱਛਾ ਹੋ ਜਾਏ। ਸੁੱਖ ਔਰ ਦੁੱਖ ਚਲਦੇ ਰਹਿਣੇ, ਚੱਲਣੇ ਵਾਲੇ। ਸਾਨੂੰ ਦੋਨਾਂ 'ਚ ਬੈਲੈਂਸ ਆਣਾ ਸਿੱਖਣਾ ਚਾਹੀਦਾ। ਜੀ। ਹਨੇਰਾ ਆ ਗਿਆ ਤਾਂ ਪਤਾ ਲੱਗ ਜਾਣਾ ਰੋਸ਼ਨੀ 'ਚ। ਕਹਿੰਦੇ ਨਾ ਜਿੰਨਾ ਹਨੇਰਾ ਗੂੜਾ ਹੁੰਦਾ, ਉਹਨਾਂ ਦਿਨ ਨਜ਼ਦੀਕ ਹੁੰਦਾ। ਜੀ। ਅੱਛਾ, ਮਹਾਜਨ ਸਾਹਿਬ ਕਹਿੰਦੇ ਨੇ ਕਿ ਸਵਸਥ ਸਰੀਰ ਦੇ ਵਿੱਚ ਹੀ ਸਵਸਥ ਆਤਮਾ ਨਿਵਾਸ ਕਰਦੀ। ਸਾਨੂੰ ਸਰੀਰ ਦੀ ਤੰਦਰੁਸਤੀ ਬਾਰੇ ਵੀ ਕਹਿੰਦੇ ਪੂਰਾ ਖਿਆਲ ਰੱਖਣਾ ਚਾਹੀਦਾ। ਔਰ ਤੁਸੀਂ ਜਿਸ ਤਰ੍ਹਾਂ ਹੁਣ ਗੱਲਾਂ ਕਰ ਰਹੇ ਸੀਗੇ ਕਿ ਬੁੱਕਸ ਵੀ ਬੜੀਆਂ ਅੱਛੀਆਂ ਦੋਸਤ ਨੇ, ਪਰ ਇਹ ਮੇਰੇ ਨਾਲ ਹੋ ਜਾਂਦਾ, ਮੈਂ ਬੁੱਕਸ ਖੋਲ੍ਹਣ ਲੱਗ ਪੈਂਦਾ ਤੇ ਫਿਰ ਮੈਂ ਬੁੱਕਸ ਹੀ ਪੜ੍ਹੀ ਜਾਂਦਾ, ਫਿਰ ਨੀਂਦ ਨਹੀਂ ਲੈ ਪਾਉਂਦਾ, ਤੇ ਫਿਰ ਮੇਰੇ ਕੋਲ ਐਕਸਰਸਾਈਜ਼ ਨਹੀਂ ਹੁੰਦੀ। ਯਾਨੀ ਫਿਜ਼ੀਕਲ ਫਿਟਨੈਸ ਵੀ ਬੜੀ ਇੰਪੋਰਟੈਂਟ ਹੈ। ਜਦ ਤੱਕ ਸਰੀਰ ਥੱਕੇਗਾ ਹੀ ਨਹੀਂ, ਮਨ ਸ਼ਾਂਤ ਹੋਏਗਾ ਹੀ ਨਹੀਂ। फिजिकल फिटनेस है, जिम है, जिम नहीं जा सकते, साइकिलिंग है, कोई ना कोई फिजिकल एक्टिविटी, थोड़ी देर लिए वॉक चले गए, वॉक होने चाहिए। ਕੋਈ ਨਾ ਕੋਈ ਸਰੀਰ ਲੈਵਲ ਤੇ ਸਰੀਰ ਨੂੰ ਥਕਾਉਣ ਦਾ ਜਾਂ ਸਰੀਰ ਨੂੰ ਸਟਰੈਂਥਨ ਕਰਨ ਦਾ ਇੱਕ ਸਾਧਨ ਹੋਣਾ ਚਾਹੀਦਾ। ਯੋਗਾ ਇਜ਼ ਵੈਰੀ ਇੰਪੋਰਟੈਂਟ। ਜੇ ਯੋਗਾ ਨਹੀਂ ਕਰ ਸਕਦੇ, ਜਿਮ ਚਲੇ ਜਾਓ, ਜਿਮ ਨਹੀਂ ਜਾ ਸਕਦੇ, ਵॉक ਚਲੇ ਜਾਓ, ਵॉक ਨਹੀਂ ਕਰ ਸਕਦੇ, ਤੁਸੀਂ ਸਾਈਕਲਿੰਗ ਕਰ ਸਕਦੇ ਹੋ, ਉਹਨਾਂ ਦਾ ਟਾਈਮ ਮਿਲਦਾ। ਜਿੰਨਾ ਵੀ ਟਾਈਮ ਨਹੀਂ ਮਿਲ ਸਕਦਾ, ਫਿਰ ਨੈਗੇਟਿਵ ਇਮੋਸ਼ਨਸ ਨਾ ਰਹੋ। ਮਤਲਬ ਸਰੀਰ ਨੂੰ ਥਕਾਣਾ ਹੈ ਕੋਈ ਉਹਦੀ, ਇਹ ਕਿਉਂ ਕਾਫੀ ਲੋਕ ਮੇਰੇ ਕੋਲ ਜਿਵੇਂ ਆਉਂਦੇ ਨੇ, ਪੁੱਛਦੇ ਮੈਨੂੰ ਰਾਤੀ ਨੀਂਦ ਨਹੀਂ ਆਉਂਦੀ, ਮੈਂ ਉਹਨਾਂ ਦਾ ਡੀ ਸ਼ੈਡਿਊਲ ਪੁੱਛਦਾ, 5 ਮਿੰਟ ਵੀ ਨਹੀਂ ਚੱਲਦੇ। ਸਰੀਰ ਥੱਕੇਗਾ ਨਹੀਂ, ਉਹੀ એનર્ਜੀ ਮਾਈਂਡ ਚਾਹੀਏ। ਮਾਈਂਡ ਦੀ એનર્ਜੀ ਕੀ ਕਰੇਗੀ? ਸੋਚੀ ਜਾਏਗਾ, એનર્ਜੀ ਥੱਕੀ ਨਹੀਂ ਰਿਹਾ ਮਾਈਂਡ। ਕੀ ਬਾਤ ਹੈ। ਤੇ ਜਦੋਂ ਸਰੀਰ ਥੱਕੇਗਾ, ਮਾਈਂਡ ਥੱਕੇਗਾ, ਤਾਂ ਆਪੇ ਰੈਸਟ ਲੈ ਲੇਗਾ। ਮੈਂ ਕਿਹਾ ਜੀ ਵੈਸੇ ਆ ਗੱਲ ਇਹਨਾਂ ਨੇ ਮੈਨੂੰ ਬਹੁਤ ਵਧੀਆ ਦੱਸੀ ਹੈ। ਇਹਦਾ ਮਤਲਬ ਵੀ ਹੁਣ ਰਾਤ ਨੂੰ ਜਦੋਂ ਨੀਂਦ ਨਹੀਂ ਨਾ ਆਉਂਦੀ, ਉਦੋਂ ਉੱਠ ਕੇ ਤੇ ਕੁਛ ਨਾ ਕੁਛ ਵਰਕਆਊਟ ਕਰਨਾ ਸ਼ੁਰੂ ਕਰ ਦਈਏ। ਸਹੀ ਗੱਲ। ਦਿਨ 'ਚ ਕਿਸੇ ਵੀ ਟਾਈਮ ਤੁਸੀਂ ਵਰਕਆਊਟ ਕਰੋਗੇ, એનર્ਜੀ ਕੰਜ਼ਿਊਮ ਹੋਏਗੀ, ਨਹੀਂ ਤਾਂ ਇੰਨੀ એનર્ਜੀ ਕ੍ਰੀਏਟ ਹੋਣੀ ਜਾਏ ਕਿੱਥੇ ਰਹੀ? ਵਿਚਾਰਾਂ 'ਚ ਹੀ ਜਾ ਰਹੀ। ਤੁਸੀਂ ਸੋਚੀ ਜਾਓਗੇ, ਔਰ ਸੋਚੋਗੇ ਵੀ ਕਿ ਜਿਹੜੀ ਮਨਗੜਤ ਕਹਾਣੀ ਹੈ, ਜਿਹੜੀ ਹੋਣੀ ਹੀ ਨਹੀਂ, ਹਾਈਪੋਥੈਟੀਕਲ ਕਹਾਣੀ ਹੈ, ਆ ਹੋ ਜਾਊਗਾ ਕੱਲ, ਮੈਨੂੰ ਕੋਈ ਮੇਰਾ ਕੋਈ ਖਿਆਲ ਰੱਖੇਗਾ ਕਿ ਮੈਨੂੰ ਕੋਈ ਗੋਲੀ ਮਾਰ ਜਾਏ, ਕੱਲ ਹੋ ਜਾਊਗਾ। ਅਨਨੈਸੈਸਰੀ ਵਿਚਾਰ ਆਉਂਦੇ ਨੇ, ਹੁੰਦਾ ਕੁਝ ਨਹੀਂ ਲੱਗਦਾ। ਜੀ ਇਹ ਜਿਹੜੇ ਵਿਚਾਰ ਆਉਂਦੇ ਨੇ, ਜਿਹੜੇ ਜਿਹਦਾ ਕੋਈ ਫਾਇਦਾ ਨਹੀਂ, ਕੋਈ ਉਹਦੀ ਤੁਕ ਨਹੀਂ ਉਹਨਾਂ ਵਿਚਾਰਾਂ ਦੀ, ਇਹ ਵਿਚਾਰ ਨੂੰ ਅਸੀਂ ਕਿੱਦਾਂ ਰੋਕ ਸਕਦੇ ਹਾਂ? ਇਹ ਪ੍ਰੋਸੈਸ ਜਿਹੜਾ ਇੱਕ ਤੋਂ ਬਾਅਦ ਦੂਸਰਾ ਤੋਂ ਬਾਅਦ ਤੀਸਰਾ। ਅੱਛਾ, ਫੂਡ ਹੈਬਿਟਸ। ਤੁਸੀਂ ਜੋ ਕਹਿੰਦੇ ਨਾ, ਜਿੱਦਾਂ ਦਾ ਤੁਸੀਂ ਖਾਣਾ ਖਾਂਦੇ ਉਦਾਂ ਦਾ ਮਨ ਹੋ ਜਾਂਦਾ। ਜੈਸਾ ਖਾਓ ਮਨ ਵੈਸਾ ਹੋਏਗਾ ਮਨ। ਜੰਕ ਫੂਡ ਖਾਓ, ਕਿਹੜੇ ਟਾਈਮ ਤੇ ਖਾਓ, ਤਾਂ ਹੀ ਤੁਸੀਂ ਨਾ ਥੋੜਾ ਅੱਜ ਦੀ ਡੇਟ ਦੇ ਅੰਦਰ, ਅੱਜ ਕੱਲ੍ਹ ਦੇ ਲਾਈਫ ਸਟਾਈਲ ਦੇ ਅੰਦਰ ਆਯੁਰਵੈਦਿਕ ਡਾਕਟਰ ਬੜਾ ਇੰਪੋਰਟੈਂਟ ਹੈ ਜੀ। ਉਹ ਤੁਹਾਡਾ ਫੂਡ ਸਟਰਕਚਰ ਐਨਾਲਿਸਿਸ ਕਰਦਾ, ਡਾਈਟ ਚਾਰਟ ਬਣਾ ਕੇ ਦਿੰਦਾ, ਕਿਹੜਾ ਖਾਣਾ ਕਿੱਦਾਂ ਖਾਣਾ ਹੈ। ਅੱਛਾ ਜੀ। ਫੂਡ ਤੁਸੀਂ ਜਿੱਦਾਂ ਦਾ ਖਾਓਗੇ ਤਾਂ ਮਨ ਦੇ ਵਿਚਾਰ ਵੀ ਆਉਂਦੇ ਆ। ਉਹ ਵਰਤ ਇਸ ਲਈ ਬਣਾਇਆ ਸੀ, ਵਰਤ ਇਸ ਲਈ ਨਹੀਂ ਬਣਾਇਆ ਸੀ ਕਿ ਰੱਬ ਨੂੰ ਤੁਸੀਂ ਖੁਸ਼ ਰੱਖਣਾ ਹੈ। ਵਰਤ ਸੀਗਾ ਕਿ ਥੋੜਾ ਸਟਮਕ ਨੂੰ ਸਪੇਸ ਦਿਓ, ਉਹਨੂੰ ਸਪੇਸ ਦੋਗੇ, ਮਾਈਂਡ ਸ਼ਾਂਤ ਹੋ ਜਾਏਗਾ। ਲੇਕਿਨ ਲੋਕਾਂ ਨੇ ਰਿਲੇਟ ਕਰ ਲਿਆ ਉਹਨੂੰ ਕਿਸੇ ਸਿੰਬਲਸ ਦੇ ਨਾਲ ਕਿ ਰੱਬ ਖੁਸ਼ ਹੋ ਜਾਏਗਾ। ਤੁਹਾਡੇ ਖਾਣ ਨਾਲ ਰੱਬ ਵੈਸੇ ਹੀ ਖੁਸ਼ ਹੈ ਜੀ।
ਵਾਹ, ਜੀ ਤੁਸੀਂ ਖਾਓ ਜਾਂ ਨਾ ਖਾਓ, ਰੱਬ ਨੂੰ ਤੁਸੀਂ ਖੁਸ਼ ਨਹੀਂ ਕਰ ਸਕਦੇ। ਸਹੀ ਗੱਲ ਹੈ। ਕੈਂਡਲ ਕੈਨ ਨਾਟ ਲਾਈਟਨ ਅਪ ਦ ਸਨ, ਉਹ ਤਾਂ ਆਲਰੇਡੀ ਖੁਸ਼ ਰੋਸ਼ਨੀ ਦੇ ਰਿਹਾ ਰੋਸ਼ਨੀ ਦੇ ਰਿਹਾ, ਸਹੀ ਇਹ ਸਾਡੇ ਲਈ ਬਣਿਆ ਸੀ ਚੀਜ਼। ਅਸੀਂ ਖੁਸ਼ੀਆਂ ਇਦਾਂ ਲੱਭਣ ਲੱਗ ਜਾਂਦੇ ਹਾਂ ਨਾ ਕਿ ਜੇ ਅਸੀਂ ਹਫਤੇ ਦੇ ਵਿੱਚ 5 ਦਿਨ ਕੰਮ ਕੀਤਾ ਹੈ ਤੇ 2 ਦਿਨ ਸਾਨੂੰ ਛੁੱਟੀ ਦੇ ਮਿਲਣੇ ਚਾਹੀਦੇ ਨੇ, 1 ਦਿਨ ਛੁੱਟੀ ਦਾ ਮਿਲਣਾ ਚਾਹੀਦਾ ਕਿ ਇਦਾਂ ਖੁਸ਼ੀ ਲੱਭੀ ਜਾ ਸਕਦੀ ਮੈਂ ਤੁਹਾਨੂੰ ਇਹ ਕਹਿੰਦਾ ਸੀ, ਖੁਸ਼ੀ ਆਉਣ ਵਾਲੇ ਟਾਈਮ ਨਾਲ ਜੋੜੀ ਹੋਈ ਹੈ। ਆਪਣੇ ਮਨ ਨੂੰ ਤਿਆਰ ਕੀਤਾ ਕਿ ਅਸੀਂ ਖੁਸ਼ ਹਲੇ ਨਹੀਂ ਆ, ਆਉਣ ਵਾਲੇ ਟਾਈਮ 'ਚ ਇੱਕ ਦਿਨ ਜ਼ਰੂਰ ਹੋ ਜਾਾਂਗੇ। ਫਿਰ ਉੱਥੇ ਪਹੁੰਚ ਜਾ, ਅੱਜ ਖੁਸ਼ ਨਹੀਂ ਆ, ਆਉਣ ਵਾਲੇ ਟਾਈਮ 'ਚ ਖੁਸ਼ ਐਂਡ ਹੋ ਜਾਂਦਾ ਇਦਾਂ। ਉਹ ਕਹਿੰਦੇ 70 ਸਾਲ ਜ਼ਿੰਦਗੀ ਜੀ ਗਿਆ, ਯਮਰਾਜ ਆਏ ਲੈਣ, ਉਹਨਾਂ ਨੂੰ ਕਿਹਾ ਮੈਂ ਤਾਂ ਖੁਸ਼ ਹੋਣਾ ਹੀ ਭੁੱਲ ਗਿਆ। ਅੱਜ ਤੋਂ ਡਿਸਾਈਡ ਇਹ ਕਰੋ ਕਿ ਅੱਜ ਮੈਂ ਖੁਸ਼ ਹੋ ਕੇ ਵੀ ਕਿਸੇ ਨੂੰ ਗੁੱਸਾ ਕਰ ਸਕਦਾ, ਜੀ ਜੀ ਜੀ, ਖੁਸ਼ ਹੋ ਕੇ ਵੀ ਨਾਰਾਜ਼ਗੀ ਵਿਅਕਤ ਕਰ ਸਕਦਾ। ਔਰ ਇੱਕ ਇਹ ਚੀਜ਼, ਔਰ ਦੂਸਰਾ ਖੁਸ਼ ਬੜੀ ਗੁੱਸੇ ਨੂੰ ਬੜੀ ਜਿੰਨੀ ਜਲਦੀ ਬਾਹਰ ਆ ਸਕੋ, ਜੇ ਉਹ ਸਕਿੱਲ ਸਿੱਖ ਲਓ, ਉਹ ਕਲਾ ਸਿੱਖ ਲਓ, ਤਾਂ ਤੁਹਾਡੇ ਵਰਗਾ ਰਾਜਾ ਨਹੀਂ ਕੋਈ। ਕਈ ਵਾਰੀ ਅਸੀਂ ਕਹਿੰਦੇ ਨੇ ਕਿ ਛੋਟੀ ਛੋਟੀ ਖੁਸ਼ੀਆਂ ਨੂੰ ਅਸੀਂ ਨਜ਼ਰਅੰਦਾਜ਼ ਕਰ ਦਿੰਦੇ ਹਾਂ ਕਿਸੇ ਵੱਡੀ ਖੁਸ਼ੀ ਦੇ ਇੰਤਜ਼ਾਰ ਦੇ ਵਿੱਚ। ਔਰ ਅਸੀਂ ਇਹ ਵੀ ਇੱਕ ਚੀਜ਼ ਹੈਗੀ ਹੈ ਕਿ ਇੱਛਾਵਾਂ, ਇਹ ਚੀਜ਼ ਕਹਿੰਦੇ ਕਿ ਇੱਛਾਵਾਂ ਜਿਹੜੀਆਂ ਹੁੰਦੀਆਂ ਸਾਡੇ ਦੁੱਖਾਂ ਦੀ ਜਨਨੀ ਹੈ। ਕਿਉਂਕਿ ਅਸੀਂ ਬਹੁਤ ਸਾਰੀਆਂ ਐਂਬੀਸ਼ੀਅਸ ਹੋਣਾ ਤਾਂ ਚਲੋ ਜ਼ਰੂਰੀ ਹੈ, ਤਰੱਕੀ ਵੀ ਤਾਂ ਹੁੰਦੀ ਹੈ, ਪਰ ਕਈ ਵਾਰੀ ਜ਼ਿਆਦਾ ਇੱਛਾਵਾਂ ਹੋ ਜਾਂਦੀਆਂ। ਸੋ ਐਂਬੀਸ਼ੀਅਸ ਹੋਣਾ ਚਾਹੀਦਾ ਜਾਂ ਨਹੀਂ ਚਾਹੀਦਾ, ਕਿਸ ਤਰ੍ਹਾਂ ਇਹਨੂੰ ਤੁਸੀਂ ਕਿਵੇਂ ਰਿਲੇਟ ਕਰਦੇ ਹੋ? ਦੇਖੋ, ਹਰ ਏਜ ਦੀ ਹਰ ਦਵਾਈ ਲੱਗ ਹੁੰਦੀ ਹੈ। ਅੱਛਾ, ਹੁਣ ਜੇ ਤੁਸੀਂ ਕੋਈ ਇੱਛਾਵਾਂ ਛੱਡ ਦੋ 20-25 ਸਾਲ 'ਚ ਬੰਦਾ ਖਤਮ ਹੋ ਜਾਂਦਾ। ਇਹ ਵੀ ਗੱਲ ਸਹੀ ਹੈ। ਤੁਸੀਂ 50-60 ਦੀ ਸਾਲ ਦੀ ਏਜ 'ਚ ਗੱਲਾਂ ਕਰੋ ਤਾਂ ਸਮਝ ਆ ਜਾਂਦੀ ਹੈ। ਇਹ ਵੀ ਗੱਲ ਸਹੀ ਐਜ਼ ਅ ਯੰਗਸਟਰ ਨੂੰ ਤੁਸੀਂ ਯੂ ਕੈਨ ਨਾਟ ਟੈਲ ਐਨੀ ਯੰਗਸਟਰ ਕਿ ਤੁਸੀਂ ਲੇਜ਼ੀ ਹੋ ਜਾਓ, ਲੇਜ਼ੀਨੈਸ ਕ੍ਰੀਏਟ ਕਰ ਦੇਗਾ। ਜੀ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਬੀ ਪੈਸ਼ਨੇਟ, ਜੋ ਤੁਸੀਂ ਜ਼ਿੰਦਗੀ ਜੀਣਾ ਚਾਹੁੰਦੇ 500% ਲਗਾ ਦਿਓ। ਇਹ ਜ਼ਿੰਦਗੀ ਵਾਪਸ ਨਹੀਂ ਆਣੀ। ਕੀ ਬਾਤ ਹੈ, ਗੁੱਡ। ਔਰ ਤੁਸੀਂ ਜੋ ਕੰਮ ਕਰਨਾ ਹੈ ਇਨਸ਼ੋਰ ਕਰੋ ਕਿ ਤੁਹਾਡੇ ਇਸ ਕੰਮ ਕਰਨ ਦੇ ਨਾਲ ਦੁਨੀਆ ਦੇ ਅੰਦਰ ਕੁਝ ਖੁਸ਼ੀ ਫੈਲੇ। ਜਦੋਂ ਅਸੀਂ ਛੋਟੇ ਹੁੰਦੇ ਸੀ ਨਾ, ਕਿਤਾਬ ਆਉਂਦੀ ਸੀ ਹਿਸਟਰੀ ਦੀ, ਉਹਦੇ ਅੰਦਰ ਪਹਿਲੇ ਲਿਖਿਆ ਹੁੰਦਾ ਸੀ ਗਾਂਧੀ ਜੀ ਤਾਲਿਸਮਾਨ। ਉਹ ਕਿਤਾਬ ਦੇ ਅੰਦਰ ਨੋਟ ਲਿਖਿਆ ਹੁੰਦਾ ਸੀ, ਗਾਂਧੀ ਜੀ ਨੇ ਲਿਖਿਆ ਸੀ, ਜਦੋਂ ਤੁਹਾਡਾ ਪੜ੍ਹਾਈ ਕਰਨ ਦਾ ਮਨ ਨਾ ਕਰੇ, ਉਹ ਪੜ੍ਹੋ ਔਰ ਉਹ ਸੋਚੋ ਕਿ ਮੈਂ ਹੁਣ ਪੜ੍ਹਦਾ ਪਿਆ, ਮੇਰੀ ਇਸ ਪੜ੍ਹਾਈ ਨਾਲ ਕਿੰਨੇ ਲੋਕਾਂ ਦੇ ਪੇਟ 'ਚ ਖਾਣਾ ਜਾਏਗਾ। ਉਹ ਇਨਸਪੀਰੇਸ਼ਨ ਦੇਗਾ ਤੁਹਾਨੂੰ ਪੜ੍ਹਨ ਲਈ। ਵਾਹ ਜੀ, ਮਤਲਬ ਪ੍ਰੇਰਨਾ ਜਿਹੜੀ ਹੈ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਜ਼ਰੂਰੀ। ਜਦ ਤੱਕ ਤੁਸੀਂ ਦੁਨੀਆ ਨਹੀਂ ਕਲਿਆਣ ਲਈ ਨਹੀਂ ਸੋਚੋਗੇ, ਬੜੀ ਲਿਮਿਟਿਡ ਲਾਈਫ ਹੋ ਜਾਂਦੀ। ਮੈਂ, ਮੇਰੇ 4-5 ਫੈਮਿਲੀ ਮੈਂਬਰਸ, ਦੈਟਸ ਆਲ। ਬੜੀ ਛੋਟੀ ਲਾਈਫ ਹੈ, ਬਹੁਤ ਛੋਟੀ ਲਾਈਫ ਹੈ। ਲੋਕਾਂ ਲਈ ਕੰਮ ਆਣਾ ਬੜਾ ਇੱਕ ਇੰਪੋਰਟੈਂਟ ਐਸਪੈਕਟ। ਮਤਲਬ ਹੱਸਦੇ ਰਹੋ, ਖੇਡਦੇ ਰਹੋ, ਖਿਲਖਿਲਾਉਂਦੇ ਰਹੋ, ਆਪੇ ਹੱਸੋਗੇ। ਅੱਛਾ ਜੀ, ਦੁਆਵਾਂ ਜਦੋਂ ਉਹਨਾਂ ਦੀ ਮਿਲਣੀਆਂ। ਜੀ, ਤੇ ਜੇ ਖੁਸ਼ ਰਹਿਣ ਨੂੰ ਅਸੀਂ ਦਿਮਾਗ ਦੇ ਨਾਲ ਜੋੜੀਏ ਨਾ, ਲੈਫਟ ਬ੍ਰੇਨ ਰਾਈਟ ਬ੍ਰੇਨ ਦੇ ਨਾਲ ਜੋੜੀਏ, ਤਾਂ ਕਿੱਦਾਂ ਅਸੀਂ? ਮੈਮ, ਸਾਡੇ ਦਿਮਾਗ ਦੇ ਨਾ 2 ਹਿੱਸੇ ਹੁੰਦੇ ਨੇ, ਬੜਾ ਇੰਪੋਰਟੈਂਟ ਹੈ। ਇੱਕ ਹੁੰਦਾ ਲੈਫਟ ਬ੍ਰੇਨ ਦਾ ਲੌਜੀਕਲ ਬ੍ਰੇਨ। ਜਿੰਨੇ ਵੀ ਲਰਨਡ ਸਾਇੰਟਿਸਟ ਨੇ, ਐਜੂਕੇਸ਼ਨਿਸਟ ਨੇ, ਪ੍ਰਿੰਸੀਪਲਸ ਨੇ, ਜਿਹੜੇ ਐਜੂਕੇਸ਼ਨ ਦੇ ਨਾਲ ਜੁੜੇ ਹੋਏ ਨੇ, ਇੰਜੀਨੀਅਰਸ ਨੇ, ਉਹ ਲੈਫਟ ਬ੍ਰੇਨ ਦਾ ਇਸਤੇਮਾਲ ਬਹੁਤ ਜ਼ਿਆਦਾ ਕਰਦੇ ਨੇ। ਰਾਈਟ ਬ੍ਰੇਨ ਹੁੰਦਾ ਆਰਟਿਸਟ ਲੋਕਾਂ ਦਾ, ਮਿਊਜ਼ਿਕ ਹੋ ਗਿਆ, ਮੈਡੀਟੇਸ਼ਨ ਹੋ ਗਿਆ, ਫੈਂਟਸੀ ਹੋ ਗਿਆ। ਤੁਸੀਂ ਸੋਚਣਾ ਕਿ ਕੱਲ ਨੂੰ ਮੈਂ ਪ੍ਰੈਜ਼ੀਡੈਂਟ ਆਫ ਇੰਡੀਆ ਬਣਨਾ ਹੈ, ਫੈਂਟਸੀਜ਼ ਕਰਨੀ ਹੈ, ਡ੍ਰੀਮਸ ਕਰਨੇ, ਪਲੈਨਿੰਗ ਕਰਨੀ ਹੈ, ਇਦਾਂ ਦੀਆਂ, ਉਹ ਸਾਰਾ ਰਾਈਟ ਬ੍ਰੇਨ ਦਾ ਪਾਰਟ ਹੁੰਦਾ ਹੈ। ਜ਼ਿਆਦਾਤਰ ਅਸੀਂ ਇੱਕ ਹੀ ਬ੍ਰੇਨ ਦੇ ਹਿੱਸੇ ਨੂੰ ਇਸਤੇਮਾਲ ਕਰਦੇ ਹਾਂ ਸਾਰਾ ਦਿਨ, ਜ਼ਿਆਦਾਤਰ ਇੱਕ ਹੀ ਬ੍ਰੇਨ। ਔਰ ਜਦੋਂ ਤੁਸੀਂ ਮੈਡੀਟੇਸ਼ਨ ਕਰਦੇ ਹੋ, ਜਦੋਂ ਤੁਸੀਂ ਯੋਗ ਕਰਦੇ ਹੋ, ਤੁਸੀਂ ਸਕ੍ਰਿਪਚਰਸ ਪੜ੍ਹਦੇ ਹੋ, ਤੁਸੀਂ ਅੱਛੀ ਕਿਤਾਬਾਂ ਪੜ੍ਹਦੇ ਹੋ, ਜਿਹੜੇ ਤੁਹਾਡੇ ਡਿਸੀਜਨਸ ਹੁੰਦੇ ਨੇ ਉਹ ਦੋਨਾਂ ਦਾ ਬੈਲੈਂਸ ਹੋਣ ਲੱਗ ਜਾਂਦਾ ਨੇ, ਤੇ ਤੁਸੀਂ ਰਿਗਰੈਟ ਘੱਟ ਕਰਦੇ ਹੋ। ਕੀ ਬਾਤ ਹੈ। ਹੁਣ ਜਿਵੇਂ ਰਾਤੀ ਸੌਣ ਦੇ ਟਾਈਮ ਤੁਹਾਡਾ ਰਾਈਟ ਪਾਰਟ ਵੀ ਬੜਾ ਐਕਟੀਵੇਟ ਹੋਣਾ ਚਾਹੀਦਾ, ਇਸ ਲਈ ਰਾਤੀ ਸੌਣ ਤੋਂ ਪਹਿਲਾਂ ਥੋੜਾ 뮤직 ਸੁਣੋ, ਚਾਹੇ ਸਪਿਰਿਚੁਅਲ ਸੁਣੋ, ਸੌਫਟ ਸੌਂਗਸ ਹੋ ਗਏ। ਅੱਛਾ, ਇਸ ਕਰਕੇ ਕਹਿੰਦੇ ਆ ਵੀ ਗੀਤ, ਵਾਹ ਜੀ, ਗੀਤਾਂ ਦਾ ਬੜਾ ਇੰਪੋਰਟੈਂਸ ਹੈ, ਲਾਈਫ ਹੈ। ਜੀ ਜੀ ਜੀ, 뮤직 ਇਜ਼ ਲਾਈਫ, ਐਂਡ ਇਹਦੇ ਅੰਦਰ ਜੀਵਨ ਹੈ ਸਰ। ਸੁਮੀਤ ਮਹਾਜਨ ਜੀ, ਅੱਜ ਤੁਸੀਂ ਵਾਕਈ ਹੈਪੀਨੈਸ ਦੇ ਉੱਤੇ ਇੱਕ ਵੱਖਰੇ ਤਰੀਕੇ ਨਾਲ ਜਿਹੜਾ ਆਪਣਾ ਨਜ਼ਰੀਆ ਪੇਸ਼ ਕੀਤਾ ਹੈ, ਕਿਉਂਕਿ ਅਸੀਂ ਇਹ ਤਾਂ ਹਮੇਸ਼ਾ ਜਾਣਦੇ ਖੁਸ਼ ਰਹਿਣਾ ਚਾਹੀਦਾ, ਪਰ ਬਹੁਤ ਅੱਛੇ ਵਿਚਾਰ ਦਿੱਤੇ। ਸਟੂਡੀਓ 'ਚ ਆਏ, ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ, ਔਰ ਤੁਹਾਡੇ ਤੋਂ ਹੀ ਉਮੀਦ ਕਰਦੇ ਹਾਂ ਕਿ ਹमेशा खुश रहो, मुस्कुराते रहो, प्रभु के गुण गाते रहो, क्योंकि कुछ खोना है, कुछ पाना है, पर जीवन का खेल पुराना है, ये तो चलते ही जाना है। तो फिर मिलेंगे जी, आज देव सन शुक्रिया। ਹੱਸਣਾ ਤੇ ਖੇਡਣਾ ਇਹ ਸਿਹਤ ਲਈ ਜ਼ਰੂਰੀ, ਐਵੇਂ ਨਿੱਕੀ ਨਿੱਕੀ ਗੱਲ ਤੇ ਨਾ ਰੁੱਸਿਆ ਕਰੋ। ਨੀ ਸੋਹਣੀਏ ਸਾਡੇ ਨਾਲ ਬਹਿ ਕੇ ਕਦੀ ਹੱਸਿਆ ਕਰੋ, ਨੀ ਸੋਹਣੀਏ ਸਾਡੇ ਨਾਲ ਬਹਿ ਕੇ ਕਦੀ ਹੱਸਿਆ ਕਰੋ। ਸਾਰਾ ਦਿਨ ਘਰੋਂ ਬਾਹਰ ਰਹਿਣਾ ਢੋਲਣਾ, ਸਾਰਾ ਦਿਨ ਘਰੋਂ ਬਾਹਰ ਰਹਿਣਾ ਢੋਲਣਾ, ਹਾਲ ਚਾਲ ਕਦੀ ਸਾਡਾ ਪੁੱਛਿਆ ਕਰੋ। ਵੇ ਸੋਹਣਿਓ ਸਾਡੇ ਨਾਲ ਬਹਿ ਕੇ ਕਦੀ ਹੱਸਿਆ ਕਰੋ, ਵੇ ਸੋਹਣਿਓ ਸਾਡੇ ਨਾਲ ਥੋੜਾ ਹੱਸਿਆ ਕਰੋ। ਸੂਟ ਮੰਗੇ ਤੂੰ ਲੈ ਕੇ ਦੇਵਾਂ, ਲਾਲ ਪਰਾਂਦਾ ਲੈ ਕੇ ਦੇਵਾਂ। ਸੂਟ ਮੰਗੇ ਤੂੰ ਲੈ ਕੇ ਦੇਵਾਂ, ਲਾਲ ਪਰਾਂਦਾ ਲੈ ਕੇ ਦੇਵਾਂ। ਨੱਕ ਵਿੱਚ ਨਥਲੀ ਕੰਨਾਂ ਦੇ ਵਿੱਚ ਝੁਮਕੇ, ਨੱਕ ਵਿੱਚ ਨਥਲੀ ਕੰਨਾਂ ਦੇ ਵਿੱਚ ਝੁਮਕੇ, ਹੋਰ ਕੀ ਲੈਣਾ ਦੱਸਿਆ ਕਰੋ। ਨੀ ਸੋਹਣੀਏ ਸਾਡੇ ਨਾਲ ਬਹਿ ਕੇ ਕਦੀ ਹੱਸਿਆ ਕਰੋ, ਨੀ ਸੋਹਣੀਏ ਸਾਡੇ
ਸਾਡੇ ਨਾਲ ਬਹਿ ਕੇ ਕਦੀ ਹੱਸਿਆ ਕਰੋ। ਪਿਆਰ ਕੀ ਹੁੰਦਾ ਤੂੰ ਕੀ ਜਾਣੇ, ਮਿਰਚਾਂ ਨੂੰ ਤੂੰ ਕਹੇ ਮਖਾਣੇ। ਵੇ ਪਿਆਰ ਕੀ ਹੁੰਦਾ ਤੂੰ ਕੀ ਜਾਣੇ, ਮਿਰਚਾਂ ਨੂੰ ਤੂੰ ਕਹੇ ਮਖਾਣੇ। ਫੋਨ ਕਰਾਂ ਮੈਂ ਕੱਟ ਦੇ ਨਹਾਣੀਆਂ, ਫੋਨ ਕਰਾਂ ਮੈਂ ਕੱਟ ਦੇ ਵਿਹਾਣੀਆਂ। ਸੱਚੀ ਤਾਂ ਗੱਲ ਦੱਸਿਆ ਕਰੋ ਵੇ ਸੋਹਣਿਓ, ਮੈਂ ਕਿਹਾ ਵੇ ਸੋਹਣਿਓ ਸਾਡੇ ਨਾਲ ਬਹਿ ਕੇ ਕਦੀ ਹੱਸਿਆ ਕਰੋ। ਵੇ ਸੋਹਣਿਓ ਸਾਡੇ ਨਾਲ ਥੋੜਾ ਥੋੜਾ ਹੱਸਿਆ ਕਰੋ। ਪੈਰਾਂ ਲਈ ਪੰਜੇਬਾਂ ਤੈਨੂੰ ਲੈ ਕੇ ਦਿੱਤੀਆਂ, ਛੱਲੇ ਮੁੰਦੀਆਂ ਲੈ ਕੇ ਦਿੱਤੀਆਂ। ਪੈਰਾਂ ਲਈ ਪੰਜੇਬਾਂ ਤੈਨੂੰ ਲੈ ਕੇ ਦਿੱਤੀਆਂ, ਛੱਲੇ ਮੁੰਦੀਆਂ ਲੈ ਕੇ ਦਿੱਤੀਆਂ। ਗੱਲ ਮੰਨ ਮੇਰੀ ਮੈਂ ਗੱਲ ਮੰਨੂ ਤੇਰੀ, ਗੱਲ ਮੰਨ ਮੇਰੀ ਮੈਂ ਗੱਲ ਮੰਨੂ ਤੇਰੀ। ਗੱਲ ਕਰਦੀ ਨਾ ਬਾਹਰ ਕੋਈ ਦੱਸਿਆ ਕਰੋ। ਨੀ ਸੋਹਣੀਏ ਸਾਡੇ ਨਾਲ ਬਹਿ ਕੇ ਕਦੀ ਹੱਸਿਆ ਕਰੋ। ਨੀ ਸੋਹਣੀਏ ਸਾਡੇ ਨਾਲ ਬਹਿ ਕੇ ਕਦੀ ਹੱਸਿਆ ਕਰੋ।